ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਚਰਚਾ ਕਰਾਂਗੇ ਜਿਹੜਾ ਲਗਾਤਾਰ ਇੱਕ ਇਸ਼ੂ ਕੈਨੇਡਾ ਤੇ ਭਾਰਤ ਦੇ ਵਿੱਚ ਚੱਲਿਆ ਹੋਇਆ ਹੈ। ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਲਗਾਤਾਰ ਜਸਟਿਨ ਟਰੂਡੋ ਨੇ ਜੋ ਗੱਲ ਕੀਤੀ ਆਪਣੀ ਪਾਰਲੀਮੈਂਟ ਦੇ ਵਿੱਚ, ਫਿਰ ਪੱਛਮੀ ਕਈ ਮੁਲਕ ਜਿਹੜੇ ਫਾਈਵ ਆਈਜ਼ ਦੇ ਗੱਲ ਕਰਦੇ ਨੇ, ਅਮਰੀਕਾ ਨੇ ਵੀ ਗੱਲ ਕੀਤੀ, ਅਮਰੀਕਾ ਦੇ ਅਧਿਕਾਰੀਆਂ ਨੇ ਗੱਲ ਕੀਤੀ ਉਸ ਪੱਧਰ ਦੇ ਉੱਤੇ ਲਗਾਤਾਰ ਚੱਲ ਰਿਹਾ ਇੱਕ ਵਿਵਾਦ ਹੈ। ਪਰ ਅੱਜ ਦੋ ਤਿੰਨ ਬਿਆਨ ਨਵੇਂ ਆਏ ਨੇ। ਇੱਕ ਬਿਆਨ ਟਰੂਡੋ ਦਾ ਆਪਣਾ ਆਇਆ ਹੈ, ਜਿਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਗੱਲਬਾਤ ਚੱਲ ਰਹੀ ਸੀ। ਦੂਜਾ ਬਿਆਨ ਜਿਹੜਾ ਅਮਰੀਕਾ ਦੇ ਸੈਕਟਰੀ ਆਫ ਸਟੇਟ, ਜਿਹਨੂੰ ਅਸੀਂ ਨਾਰਮਲੀ ਵਿਦੇਸ਼ ਮੰਤਰੀ ਕਹਿ ਰਹੇ ਹਾਂ, ਉਹਨਾਂ ਦਾ ਬਿਆਨ ਹੈ। ਉਹਨੇ ਇਹ ਕਿਹਾ ਹੈ, ਇਦੋਂ ਪਹਿਲਾਂ ਉਹ ਲਗਾਤਾਰ ਕਹਿ ਰਹੇ ਸੀ ਕਿ ਅਸੀਂ ਕੈਨੇਡੀਅਨ ਗਵਰਨਮੈਂਟ ਦੇ ਸੰਪਰਕ ਦੇ ਵਿੱਚ ਆ ਤੇ ਇਹ ਸਾਰੇ ਮਾਮਲੇ ਨੂੰ ਬਹੁਤ ਗਹਿਰਾਈ ਨਾਲ ਦੇਖ ਰਹੇ ਹਾਂ। ਤੇ ਅੱਜ ਇੱਕ ਐਡੀਸ਼ਨ ਕੀਤੀ ਹੈ ਨਾਲ ਇੰਨੀ ਕਿ ਅਸੀਂ ਭਾਰਤ ਸਰਕਾਰ ਤੇ ਕੈਨੇਡਾ ਦੋਨਾਂ ਦੇ ਸੰਪਰਕ ਦੇ ਵਿੱਚ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਦਿਖਾਈ ਦਿੱਤਾ ਹੈ। ਔਰ ਦੂਜਾ ਬਿਆਨ ਜਿਹੜਾ ਆਇਆ ਹੈ ਬੜੇ ਵੱਡੇ ਪੱਧਰ, ਕਿਉਂਕਿ ਪਿਛਲੇ ਦਿਨਾਂ ਤੋਂ ਇੱਕ ਨਾਮ ਜਿਹੜਾ ਬਾਰ-ਬਾਰ ਪ੍ਰਚਲਿਤ ਹੋ ਰਿਹਾ, ਸਾਰੇ ਲੋਕ ਉਹਦੇ ਖਿਲਾਫ ਵੀ ਗੱਲ ਕਰ ਰਹੇ ਨੇ, ਪਰ ਫਿਰ ਵੀ ਉਭਾਰਿਆ ਜਾਂਦਾ ਬਾਰ-ਬਾਰ ਗੁਰਪਤਵੰਤ ਪੰਨੂ ਦਾ। ਅੱਜ ਉਹਦੀਆਂ ਜਾਇਦਾਦਾਂ ਵਗੈਰਾ ਜ਼ਬਤ ਕਰਨ ਦਾ ਕੁਝ ਖਬਰਾਂ ਸਾਹਮਣੇ ਆਈਆਂ ਨੇ। ਪਰ ਵੱਡੀ ਇੰਪੋਰਟੈਂਟ ਗੱਲ ਜਿਹੜਾ ਜਗਮੀਤ ਸਿੰਘ ਨੇ, ਜਿਹੜੇ ਕੈਨੇਡਾ ਦੀ ਪਾਰਟੀ ਦੇ ਜਿਹੜੇ ਬਾਰ-ਬਾਰ ਪਹਿਲਾਂ ਕਿਹਾ ਜਾਂਦਾ, ਪਹਿਲਾਂ ਇੱਕ ਗੱਲ ਉਹਨਾਂ ਤੇ ਐਲੀਗੇਸ਼ਨ ਇੱਕ ਲੱਗਦਾ ਕਿ ਉਹ ਸ਼ਾਇਦ ਖਾਲਿਸਤਾਨੀ ਸਮਰਥਕ ਨੇ, ਹਾਲਾਂਕਿ ਉਹ ਗੋਰਿਆਂ ਦੀ ਪਾਰਟੀ ਹੈ ਜਿਹਦੇ ਉਹ ਹੈਡ ਨੇ ਉੱਥੇ। ਅੱਜ ਉਹਨੇ ਕੈਟਾਗਰੀਕਲੀ ਇੱਕ ਬਿਆਨ ਦਿੱਤਾ ਇਹਨਾਂ ਨੇ। ਉਹ ਬਿਆਨ ਇਹ ਦਿੱਤਾ ਕਿ ਕੈਨੇਡਾ ਹਿੰਦੂਆਂ ਦਾ ਘਰ ਹੈ, ਕਿਸੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਨੇ, ਔਰ ਕੈਨੇਡਾ ਆਪਣੇ ਸਿਟੀਜ਼ਨ ਦਾ ਜਾਂ ਬਾਕੀ ਮਲਟੀਪਲ ਜਿਹੜੇ ਵੱਖ-ਵੱਖ ਰਿਲੀਜਨ ਜਾਂ ਉਹਨਾਂ ਦੀ ਪੂਰੀ ਸੁਰੱਖਿਆ ਲਈ ਜਾਣਿਆ ਜਾਂਦਾ ਹੈ, ਦਿਆਲੂ ਹੈ, ਉਹਨਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਟ ਮੀਨਸ ਇੱਕ ਬੈਲੈਂਸਡ ਬਿਆਨ ਉਸ ਪੱਧਰ ਦੇ ਉੱਤੇ ਜਿਹੜਾ ਸਾਡੇ ਸਾਹਮਣੇ ਆਇਆ। ਤੇ ਤੀਜੀ ਗੱਲ ਕਿ ਇਹ ਸਾਰਾ ਜਿਹੜਾ ਵਰਤਾਰਾ ਚੱਲ ਰਿਹਾ, ਪੰਜਾਬ ਇਹਨੂੰ ਨੀਝ ਲਾ ਕੇ ਦੇਖ ਰਿਹਾ, ਕਿਉਂਕਿ ਪੰਜਾਬ ਦੇ ਨਾਲ ਨੇੜਿਓਂ ਜੁੜਿਆ, ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਦਾ ਹੈ, ਪੰਜਾਬ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਹ ਸਾਰੀਆਂ ਗੱਲਾਂ ਤੇ ਚਰਚਾ ਦੇ ਲਈ ਸਾਡੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ, ਸੀਨੀਅਰ ਜਰਨਲਿਸਟ ਤੇ ਹਿਸਟੋਰੀਅਨ, ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਜੀ, ਜਿਹੜੇ ਬਲਕਿ ਰਹਿ ਕੇ ਵੀ ਆਏ ਨੇ ਕੈਨੇਡਾ ਹੁਣ ਪਿਛਲੇ ਦਿਨਾਂ 'ਚ, ਕਾਫੀ ਉੱਥੋਂ ਦੇ ਬਾਰੇ ਵੀ ਜਾਣਦੇ ਨੇ, ਤੇ ਇੱਥੇ ਦੇ ਨਾਲ ਵੀ ਪੋਲੀਟੀਕਲ ਸਪੀਅਰ ਦੇ ਵਿੱਚ ਲਗਾਤਾਰ ਇਲੈਕਟੋਰਲ ਪ੍ਰੋਸੈਸ ਨੂੰ ਤੇ ਦੂਜੀ ਹਰ ਕਿਸਮ ਦੀ ਪੋਲੀਟਿਕਸ ਨੂੰ ਲਗਾਤਾਰ ਵਿਸ਼ਲੇਸ਼ਣ ਵੀ ਉਹਦਾ ਕਰਦੇ ਨੇ ਤੇ ਉਹਦੇ ਬਾਰੇ ਲਿਖਦੇ ਰਹਿੰਦੇ। ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਸਰਦਾਰ ਜਗਤਾਰ ਸਿੰਘ ਜੀ, ਜੇ ਮੈਂ ਇੱਥੋਂ ਹੀ ਸ਼ੁਰੂ ਕਰਾਂ, ਅੱਜ ਜਿਹੜੇ ਇਹ ਦੋ ਤਿੰਨ ਨਵੀਆਂ ਘਟਨਾਵਾਂ, ਦੋ ਤਿੰਨ ਨਵੇਂ ਬਿਆਨ ਦੇਖਣ ਨੂੰ ਸਾਡੇ ਸਾਹਮਣੇ ਆਏ ਨੇ, ਇਹ ਉਹਦੀ ਕੰਟੀਨਿਊਟੀ ਦੇ ਵਿੱਚ ਹੀ ਦਿਖਾਈ ਦਿੰਦੇ ਨੇ ਵੈਸੇ ਤਾਂ। ਤੇ ਇਹਨਾਂ ਦਾ ਤੁਸੀਂ ਕਿੱਧਰ ਨੂੰ ਦੇਖਦੇ ਹੋ ਰੁਖ? ਕੀ ਰੁਖ ਅਜੇ ਵੀ ਉਸੇ ਟਕਰਾਅ ਜਾਂ ਉਸੇ ਮੈਥਡ ਵੱਲ, ਉਹਦੇ ਤਰੀਕੇ ਵੱਲ ਜਾ ਰਿਹਾ, ਜਾਂ ਥੋੜਾ ਜਿਹਾ ਕਿਤੇ ਨਾ ਕਿਤੇ ਇਹਦੇ 'ਚ ਕੋਈ ਪੋਜ਼ਿਟਿਵਿਟੀ ਵੀ ਆਈ ਹੈ, ਜਾਂ ਇੱਕ ਅਲੱਗ ਤਰ੍ਹਾਂ ਦੀ ਨਜ਼ਰੀਆ ਵੀ ਦਿਖਾਈ ਦੇ ਰਿਹਾ? ਕੈਨੇਡਾ ਤਾਂ ਆਪਣੇ ਜਿਹੜਾ ਸਟੈਂਡ ਹੈ ਉਹਨੂੰ ਲਗਾਤਾਰ ਰੀਇਟਰੇਟ ਕਰ ਰਿਹਾ ਹੈ। ਮੈਨੂੰ ਇਹੀ ਸਿਗਨਲ ਯੂਐਸ ਚੋਂ ਜਿਹੜੇ ਜਿੰਨੀਆਂ ਸਟੇਟਮੈਂਟ ਸਾਰੀਆਂ ਉਹਨਾਂ ਵਿੱਚੋਂ ਮਿਲੇ। ਅੱਜ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ਕੀਤੀ ਨਿਊਯਾਰਕ ਦੇ ਵਿੱਚ, ਤੇ ਉਹਦੇ 'ਚ ਉਹਨਾਂ ਨੇ ਇੱਕ ਨਵੀਂ ਗੱਲ ਕੀਤੀ ਹੈ ਜਿਹੜੀ ਪਹਿਲਾਂ ਰਿਕਾਰਡ ਤੇ ਨਹੀਂ ਆਈ। ਉਹ ਕਹਿੰਦੇ ਵੀ ਅਸੀਂ ਕੁਝ ਹਫ਼ਤੇ ਪਹਿਲਾਂ ਜਿਹੜੀ ਕ੍ਰੈਡੀਬਲ ਐਲੀਗੇਸ਼ਨ ਉਹਨਾਂ ਨੇ ਲਫ਼ਜ਼ ਵਰਤਿਆ, ਅੱਜ ਵੀ ਵਰਤਿਆ, ਬਈ ਕ੍ਰੈਡੀਬਲ ਐਲੀਗੇਸ਼ਨ ਦੀ ਐਵੀਡੈਂਸ ਲਫ਼ਜ਼ ਪਹਿਲੀ ਵਾਰੀ ਆਇਆ। ਉਹਨਾਂ ਨੇ ਕਿਹਾ ਕਿ ਕ੍ਰੈਡੀਬਲ ਐਲੀਗੇਸ਼ਨ ਦੀ ਐਵੀਡੈਂਸ ਅਸੀਂ ਗੌਰਮੈਂਟ ਆਫ ਇੰਡੀਆ ਨਾਲ ਕੁਝ ਹਫ਼ਤੇ ਪਹਿਲਾਂ ਟੇਕ ਅਪ ਕਰ ਚੁੱਕੇ ਸੀ। ਸੋ ਇਹ ਜਿਹੜਾ ਉਹਨਾਂ ਦਾ ਆਪਣੇ ਪਾਰਲੀਮੈਂਟ ਦੇ ਵਿੱਚ ਬਿਆਨ ਹੈ, ਉਹ ਸਾਡੇ ਨਹੀਂ ਆਇਆ। ਗੌਰਮੈਂਟ ਆਫ ਇੰਡੀਆ ਨਾਲ ਇਸ਼ੂ ਪਹਿਲਾਂ ਟੇਕ ਅਪ ਲਗਾਤਾਰ ਹੋ ਰਿਹਾ ਸੀ। ਅਖਬਾਰਾਂ ਦੇ ਵਿੱਚ ਵੀ ਗੱਲ ਹੁਣ ਸਾਡੇ ਛਪ ਗਈ ਹੈ ਕਿ ਉਹਨਾਂ ਦੇ NSA ਨੇ 2 ਵਾਰ ਇੰਡੀਆ ਵਿਜ਼ਿਟ ਕੀਤਾ। ਇੰਡੀਆ ਦੇ NSA ਅਜੀਤ ਡੋਵਾਲ ਨਾਲ ਇਹ ਇਸ਼ੂ ਟੇਕ ਅਪ ਕੀਤਾ। ਬਿਆਨ ਕਿਤੇ ਕੋਈ ਨਹੀਂ ਗਾ। ਪਹਿਲੀ ਵਾਰੀ ਤਾਂ ਜਸਟਿਨ ਟਰੂਡੋ ਦੇ ਬਿਆਨ ਦੇਣ ਤੇ ਇਹ ਗੱਲ ਸਾਹਮਣੇ ਆਈ ਹੈ, ਲੇਕਿਨ ਡਿਵੈਲਪਮੈਂਟ ਬਿਹਾਈਂਡ ਦੀ ਸੀਨ ਇਹ ਸਾਰੀ ਚੱਲ ਰਹੀ ਸੀ। ਗੌਰਮੈਂਟ ਆਫ ਇੰਡੀਆ ਕੋਲ ਸਭ ਕੁਝ ਸੀ, ਇਹਨਾਂ ਨੂੰ ਪਤਾ ਸੀ ਕਿ ਇਹ ਡਿਵੈਲਪਮੈਂਟ ਹੋ ਰਹੀ ਹੈ। ਇਹ ਅਨਅਵੇਅਰ ਗੱਲ ਸਾਰੀ ਨਹੀਂ ਹੋਈ ਕਿਤੇ ਵੀ। ਦੋਵੇਂ ਪਾਸੇ ਧਿਰ ਲਗਾਤਾਰ ਇਸ ਮਸਲੇ ਤੇ ਕੰਟੈਕਟ ਦੇ ਵਿੱਚ ਸੀ। ਗੌਰਮੈਂਟ ਆਫ ਇੰਡੀਆ ਨੇ ਹੁਣ ਤੱਕ ਡਿਨਾਈ ਨਹੀਂ ਕੀਤਾ। ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਇੱਕ ਹੋਰ ਜਿਹੜੀ ਅੱਜ ਵੀ ਡਿਨਾਈ ਨਹੀਂ ਹੋਈ,
ਜਦੋਂ ਫਾਈਨੈਂਸ਼ੀਅਲ ਟਾਈਮ ਦੀ ਸਟੋਰੀ ਕੱਲ ਅਪੀਅਰ ਹੁੰਦੀ ਹੈ ਕਿ USA ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਖੁਦ G20 ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੁਦ ਇਹ ਮਸਲਾ ਟੇਕ ਅਪ ਕੀਤਾ ਸੀ। ਇਹ ਨਾਲ ਸੀਰੀਅਸ ਇੱਕ ਡਾਇਮੈਂਸ਼ਨ ਹੈ। ਹੁਣ ਉਹਨਾਂ ਦਾ ਮਿਨਿਸਟਰ ਆਫ ਸਟੇਟ ਲਗਾਤਾਰ ਇਹ ਬਿਆਨ ਦੇ ਰਹੇ ਹੈ ਕਿ ਸਾਨੂੰ ਅਸੀਂ ਇਹਦੇ ਤੇ ਕੋਈ ਕੰਪਰੋਮਾਈਜ਼ ਇਸ ਇਸ਼ੂ ਤੇ ਨਹੀਂ ਕਰਨਾ। ਸੋ ਇੱਕ ਲਾਈਨ ਅਪ ਬੜਾ ਕਲੀਅਰ ਹੈ। ਜਿਹੜਾ ਫਾਈਵ ਆਈਜ਼ ਅਲਾਇੰਸ ਗਰੁੱਪ ਹੈ, ਇਹਦੀ ਅਲਾਇੰਸ ਬੜੀ ਕਲੀਅਰ ਹੈ। ਇਹਨੂੰ ਐਂਗਲੋਸਫੀਅਰ ਵੀ ਕਿਹਾ ਜਾ ਰਿਹਾ। USA, ਕੈਨੇਡਾ, ਆਸਟ੍ਰੇਲੀਆ, UK, ਨਿਊਜ਼ੀਲੈਂਡ, ਇਹ ਸ਼ੇਅਰਡ ਇੰਟੈਲੀਜੈਂਸ ਦੇ ਬੇਸ ਤੇ ਇਹ ਸਾਰਾ ਕੁਝ ਚੱਲਿਆ। ਨਿਊਯਾਰਕ ਟਾਈਮ ਨੇ ਅੱਜ ਇੱਕ ਵੱਖਰੀ ਸਟੋਰੀ ਕੀਤੀ ਹੈ। ਜਸਟਨ ਟਰੂਡੋ ਨਿਊਯਾਰਕ ਟਾਈਮ ਦੇ ਦਫ਼ਤਰ ਵੀ ਗਏ। ਉਸ ਤੋਂ ਬਾਅਦ ਉਹਨਾਂ ਦਾ ਆਰਟੀਕਲ ਆਇਆ, ਉਹਦੇ 'ਚ ਇੱਕ ਲਾਈਨ ਬਹੁਤ ਸਪੈਸੀਫਿਕ ਹੈ। ਉਹਦੇ ਵਿੱਚ ਉਸ ਕਾਲਮਨਿਸਟ ਨੇ ਲਿਖਿਆ ਹੈ ਕਿ ਕੈਨੇਡਾ ਕੋਲ ਇਹਦੀ ਕੰਕਰੀਟ ਐਵੀਡੈਂਸ ਹੈ। ਸੋ ਇਹ ਵੈਸਟ ਦੇ ਵਿੱਚ ਇਹ ਲਗਾਤਾਰ ਪੋਜੀਸ਼ਨ ਲਈ ਜਾ ਰਹੀ ਹੈ। ਜਦੋਂ ਇਹ ਗੱਲ ਆ ਜਾਏ ਕਿ USA ਦੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ਼ੂ ਟੇਕ ਅਪ ਕੀਤਾ ਸੀ, ਤੇ ਮੇਰੇ ਖਿਆਲ ਦੇ ਵਿੱਚ ਇਸ ਇਸ਼ੂ ਤੇ ਜਿਹੜਾ ਰਿਐਕਸ਼ਨ ਇੰਡੀਆ ਗਵਰਨਮੈਂਟ ਦਾ ਪੋਲੀਟੀਕਲ ਲੈਵਲ ਤੇ ਵੀ ਹੋਣਾ ਚਾਹੀਦਾ। ਹੁਣ ਆਪਣੇ ਵਿਦੇਸ਼ ਮੰਤਰੀ ਜੈਸ਼ੰਕਰ ਨਿਊਯਾਰਕ ਗਏ ਹੋਏ ਇੱਕ ਹਫ਼ਤੇ ਵਾਸਤੇ, ਸ਼ਾਇਦ ਉੱਥੇ ਇਸ਼ੂ ਸਾਰਾ ਟੇਕ ਅਪ ਹੋਏਗਾ। ਜਿਸ ਤਰ੍ਹਾਂ ਵੀ ਗੱਲਬਾਤ ਹੋਏਗੀ ਮੀਡੀਆ ਨਾਲ, ਜੇ ਗੱਲ ਹੋਈ ਤਾਂ ਹੋਏਗਾ। ਸੋ ਇਹ ਗੱਲ ਵੱਧਦੀ ਜਾ ਰਹੀ ਹੈ ਲਗਾਤਾਰ ਹੀ। ਮੇਰੇ ਖਿਆਲ ਦੇ ਵਿੱਚ ਜਿਸ ਢੰਗ ਨਾਲ ਇਹ ਨੈਰੇਟਿਵ ਬਿਲਡ ਹੋ ਰਿਹਾ, ਇਹਦੇ 'ਚ ਟਾਰਗੇਟ ਮੇਨ ਲਈ ਸਿੱਖ ਬਣਦੇ ਜਾ ਰਹੇ ਆ ਕਿ ਜਿਸ ਢੰਗ ਦੇ ਨਾਲ ਇੱਥੇ ਇੰਡੀਆ ਦੇ ਵਿੱਚ ਰਿਐਕਸ਼ਨ ਨਾਰਮਲ ਹੈ, ਮੈਂ ਇਹਨੂੰ ਰੋਲ ਆਊਟ ਨਹੀਂ ਕਰਦਾ। ਜਿਸ ਢੰਗ ਦੇ ਨਾਲ ਪਰ ਇੰਟੈਂਸਿਟੀ ਹੈ ਜਿਹੜੀ ਰਿਐਕਸ਼ਨ ਦੀ, ਜੇ ਆਪਾਂ ਦੇਖੀਏ ਤੇ ਮਨੀਪੁਰ 'ਚ ਇੰਨਾ ਕੁਛ ਹੋਇਆ, ਉਹਦੇ ਤੇ ਤਾਂ ਕਿਤੇ ਰਾਈਟ ਵਿੰਗ ਦਾ ਕੋਈ ਇਸ ਤਰ੍ਹਾਂ ਰਿਐਕਸ਼ਨ ਕਦੇ ਆਇਆ ਹੀ ਨਹੀਂ। ਮੈਂ ਨੂੰਹ ਦੀ ਗੱਲ ਨਹੀਂ ਕਰਦਾ, ਨੂੰਹ ਤਾਂ ਕੰਪੈਰੇਟਿਵਲੀ ਛੋਟਾ ਇਸ਼ੂ ਸੀਗਾ। ਅਸੀਂ ਮਨੀਪੁਰ ਨੂੰ ਲਗਾਤਾਰ ਨੈਗਲੈਕਟ ਕੀਤਾ ਹੈ। ਔਰ ਗੁਰਪਤਵੰਤ ਸਿੰਘ ਪੰਨੂ, ਜਿਹਨੂੰ ਕੋਈ ਇੰਪੋਰਟੈਂਸ ਦਿੰਦਾ ਹੀ ਨਹੀਂ ਸਿੱਖ ਡੋਮੇਨ ਦੇ ਵਿੱਚ, ਗੁਰਪਤਵੰਤ ਸਿੰਘ ਪੰਨੂ ਨੂੰ ਲੀਡਰ ਨਹੀਂ ਮੰਨਿਆ ਜਾਂਦਾ। ਡਾਇਸਪੋਰਾ ਦੇ ਵਿੱਚ ਕੋਈ ਮੰਨਿਆ ਜਾਂਦਾ ਹੋਵੇ ਤਾਂ ਮੈਨੂੰ ਪਤਾ ਨਹੀਂ। ਉਹ ਸੇਖੋ ਸਾਹਿਬ ਬਾਹਰ ਜਾ ਕੇ ਆਏ ਆ, ਸਾਨੂੰ ਸਮਝਾ ਸਕਦੇ ਆ। ਇੱਥੇ ਤਾਂ ਉਹਨੂੰ ਕੋਈ ਲੀਡਰ ਮੰਨਦਾ ਹੀ ਨਹੀਂ। ਜਿਹੜੇ ਬਾਹਰ ਬੈਠੇ ਜਿਹਨਾਂ ਨੂੰ ਲੋਕਾਂ ਨੂੰ ਲੀਡਰ ਮੰਨਿਆ ਜਾਂਦਾ ਸੀ, ਉਹ ਲੋਕ ਹੋਰ ਸੀਗੇ। ਇਹ ਪੰਨੂ ਹੋਰਾਂ ਨੂੰ ਤਾਂ ਲਾਈਟਲੀ ਲਿਆ ਜਾਂਦਾ ਸੀ। ਜਿੰਨੀ ਇੰਪੋਰਟੈਂਸ ਇਹਨੂੰ ਗੌਰਮੈਂਟਾਂ ਨੇ ਦਿੱਤੀ ਹੈ, ਮੇਰੇ ਖਿਆਲ ਉਹ ਇੰਪੋਰਟੈਂਸ ਦੇ ਕੇ ਇਹਨੂੰ ਬਿਲਡ ਕੀਤਾ ਰਾਦਰ। ਜਿਹੜਾ ਇਹ ਸੋਕਲਡ ਰੈਫਰੈਂਡਮ ਹੈ, ਇਹਦੀ ਕੋਈ ਲੀਗਲ ਬਾਈਂਡਿੰਗ ਨਹੀਂ। ਜਿਸ ਚੀਜ਼ ਦੀ ਲੀਗਲ ਬਾਈਂਡਿੰਗ ਹੀ ਨਹੀਂ, ਤੁਸੀਂ ਉਹਨੂੰ ਇੰਨੀ ਇੰਪੋਰਟੈਂਸ ਕਿਉਂ ਦਿੱਤੀ ਜਾ ਰਹੀ ਹੈ? ਨੰਬਰ 1। ਨੰਬਰ 2, ਕੱਲ ਖਬਰ ਛਪੀ ਸੀ ਕਿ ਉਹਦੇ ਖਿਲਾਫ ਇੱਥੇ 22 ਕੇਸ ਰਜਿਸਟਰ ਹੈ। ਅੱਜ ਸਰਕਾਰ ਨੇ ਉਹਦੀ ਜਾਇਦਾਦ ਜ਼ਬਤ ਕੀਤੀ ਹੈ। ਇੱਕ ਘਰ ਉਹਦਾ ਆਪਣਾ ਚੰਡੀਗੜ੍ਹ ਦੇ ਵਿੱਚ ਹੈ, ਤੇ ਜੱਦੀ ਜ਼ਮੀਨ ਤਾਂ ਉਹਦੀ ਅੰਮ੍ਰਿਤਸਰ 'ਚ ਖਾਨਕੋਟ ਪਿੰਡ ਨਾਲ ਹੀ ਹੈ, ਸ਼ਹਿਰ ਦੇ ਵਿੱਚ ਹੀ ਆ ਜਾਂਦਾ ਹੁਣ ਤਾਂ। ਉੱਥੇ ਜ਼ਮੀਨ ਸੀਗੀ, ਤੇ ਇਹਨਾਂ ਦੇ ਇਹ ਦਲਜੀਤ ਸਿੰਘ ਪੰਨੂ ਵੈਲ ਨੋਨ ਹਸਤੀ ਸੀ ਇੱਕ ਵੇਲੇ, ਜਿਹੜੇ ਕੇਂਦਰ ਦੀ ਸਰਕਾਰ ਦੇ ਵੇਲੇ ਵੀ ਨੇੜੇ ਸੀਗੇ PV ਨਰਸਵਾਰਾ ਉਹਦੀ ਸਰਕਾਰ ਦੇ, ਉਹਨਾਂ ਦੇ ਰਿਸ਼ਤੇਦਾਰ। ਤੇ ਚੰਡੀਗੜ੍ਹ ਤੋਂ ਗੁਰਪਤਵੰਤ ਹੋਰਾਂ ਨੇ ਲਾ ਗ੍ਰੈਜੂਏਟ ਇੱਥੋਂ ਗ੍ਰੈਜੂਏਸ਼ਨ ਕੀਤੀ ਹੈ, ਲਾ ਇੱਥੋਂ ਪੜ੍ਹਿਆ ਗਿਆ। ਹੁਣ ਉਹ ਇੰਪੋਰਟੈਂਸ ਲਗਾਤਾਰ ਦਿੱਤੀ ਜਾ ਰਹੀ ਹੈ। ਮੈਂ ਆਪਣੇ ਇੱਕ ਇਨਫੋਰਮੇਸ਼ਨ ਸ਼ੇਅਰ ਕਰਦਾ ਸ਼ੁਰੂ ਦੀ। ਜਦੋਂ ਇਹ ਸਾਲ ਕੁ ਹੋ ਗਿਆ ਸੀ ਐਕਟੀਵਿਟੀ ਨੂੰ, ਤੇ ਮੈਂ ਇੱਕ ਦਿਨ ਫੋਨ ਕੀਤਾ, ਮੈਂ ਕਿਹਾ ਵੀ ਡਿਟੇਲ ਤਾਂ ਲਈ ਜਾਏ, ਕਿਉਂਕਿ ਮੈਂ ਉਦੋਂ ਵੈਬਸਾਈਟ ਵੀ ਚਲਾ ਰਿਹਾ ਸੀਗਾ ਤੇ ਵੈਸੇ ਵੀ ਐਕਟਿਵ ਸੀਗਾ। ਤੇ ਹੀ ਰਿਫਿਊਜ਼ ਟੂ ਕਮ ਔਨ ਦੀ ਲਾਈਨ। ਫਿਰ ਮੈਂ ਮੇਲ ਭੇਜੀ 4-5 ਪੁਆਇੰਟ ਲੈ ਕੇ, ਮੇਰੇ ਕੋਲ ਹੁਣ ਵੀ। ਮੈਂ ਫਿਰ ਉਹ 2 ਵਾਰੀ ਆਰਟੀਕਲ ਲਿਖੇ। ਮੈਂ ਕਿਹਾ ਤੁਸੀਂ ਸਮਝਾਓ ਤਾਂ ਸਹੀ ਘੱਟੋ ਘੱਟ ਬਈ ਇਹ ਜਿਹੜਾ ਤੁਸੀਂ ਨਾਨ ਬਾਈਂਡਿੰਗ ਰੈਫਰੈਂਡਮ ਜਿਹਦੀ ਕੋਈ ਲੀਗਲ ਸੈਕਟਿਵਿਟੀ ਨਹੀਂ, ਇਹਦੇ ਨਾਲ ਖਾਲਿਸਤਾਨ ਕਿਵੇਂ ਬਣਾਓਗੇ? ਲੋਕਾਂ ਨੂੰ ਤਾਂ ਇੰਪ੍ਰੈਸ਼ਨ ਇਹ ਬਣ ਰਿਹਾ ਨਾ ਬਾਹਰ ਬੈਠਿਆਂ ਨੂੰ ਵੀ ਇਹਦੇ ਨਾਲ ਖਾਲਿਸਤਾਨ ਬਣੂਗਾ। ਖਾਲਿਸਤਾਨ ਨਹੀਂ ਬਣੂਗਾ। ਮੈਂ ਗੱਲ ਬੜੀ ਸਿੰਪਲ ਜੀ ਕਰ ਰਿਹਾ, ਸਰਕਾਰ ਨੂੰ ਵੀ ਪਤਾ ਹੈ, ਲੇਕਿਨ ਸਿੱਖਾਂ ਦਾ ਇੱਕ ਸੈਕਸ਼ਨ ਉਹਨੂੰ ਇਹ ਪਰਸੈਪਸ਼ਨ ਬਿਲਡ ਕੀਤੀ ਜਾ ਰਹੀ ਹੈ ਕਿ ਪੰਨੂ ਜੋ ਕੁਛ ਕਰ ਰਿਹਾ ਇਹਦੇ ਨਾਲ ਇੱਥੇ ਖਾਲਿਸਤਾਨ ਬਣੂਗਾ।
ਤੇ ਮੈਨੂੰ 2 ਮਹੀਨੇ ਬਾਅਦ ਇੱਕ ਹੋਰ ਸੱਜਣ ਦੇ ਥਰੂ ਮੈਸੇਜ ਇਹਨਾਂ ਦਾ ਮਿਲਦਾ ਹੈ। ਉਹ ਕਹਿੰਦਾ ਵੀ ਉਹਨਾਂ ਨੂੰ ਕਹਿ ਦਿਓ ਵੀ ਮੈਂ ਤਾਂ ਲੀਗਲ ਐਡਵਾਈਜ਼ਰ ਹਾਂ, ਤੁਸੀਂ ਉਹ ਬੜੇ ਔਖੇ ਜਿਹੇ ਸਵਾਲ ਉਹਨਾਂ ਨੇ ਪੁੱਛੇ ਸੀਗੇ। ਮੈਂ ਫਿਰ ਇਹਨਾਂ ਦਾ ਜਵਾਬ ਤਾਂ ਕੋਈ ਨਹੀਂ ਸੀ ਆਇਆ ਕਿਸੇ ਗੱਲ ਤੇ, ਹਾਂਜੀ, ਲੇਕਿਨ ਇਹ ਮੈਸੇਜ ਮਿਲਿਆ ਸੀਗਾ। ਉਸ ਤੋਂ ਬਾਅਦ ਮੈਂ ਦੇਖਿਆ ਵੀ ਜਿਵੇਂ ਸਰਕਾਰ ਨੇ ਇੰਪੋਰਟੈਂਸ ਦੇਣੀ ਸ਼ੁਰੂ ਕੀਤੀ ਇਹਦੀ ਛੋਟੀ ਛੋਟੀ ਗੱਲ ਨੂੰ, ਉਹ ਤਾਂ ਇੱਕ ਸਟੇਟਮੈਂਟ ਦੇਣ ਤੋਂ ਬਿਨਾਂ ਮੈਨੂੰ ਕਿਤੇ ਕੋਈ ਸਪੀਚ ਦਿਖਾਓ ਦੀ, ਕਿਤੇ ਪਬਲਿਕ ਰੈਲੀ ਕੀਤੀ ਹੋਵੇ, ਕੋਈ ਕੰਮ ਦੀ ਸਪੀਚ ਹੋਵੇ, ਕੋਈ ਆਰਟੀਕੂਲੇਸ਼ਨ ਹੋਵੇ, ਕੋਈ ਦੱਸਿਆ ਹੋਵੇ ਖਾਲਿਸਤਾਨ ਜਿਹੜਾ ਉਹ ਚਾਹੁੰਦੇ ਉਹ ਹੈ ਕੀ ਹੈ, ਕਿਤੇ ਕੁਛ ਨਹੀਂ ਹੈ। ਇੱਕ ਸਿੰਪਲ ਪ੍ਰੋਵੋਕੇਟਿਵ ਉਹਦੀ 1 ਮਿੰਟ ਦੀ ਵੀਡੀਓ ਹੁੰਦੀ ਹੈ, ਕੋਈ ਸਟੇਟਮੈਂਟ ਹੁੰਦੀ ਹੈ, ਕੋਈ ਟੈਲੀਫੋਨ ਤੇ ਮੈਸੇਜ ਹੁੰਦਾ ਹੈ। ਹੁਣ ਜਿਵੇਂ ਕੈਨੇਡਾ ਦੇ ਹਿੰਦੂਆਂ ਨੂੰ ਕਿਹਾ ਬਈ ਤੁਸੀਂ ਕੈਨੇਡਾ ਖਾਲੀ ਕਰ ਦਿਓ, ਇਸ ਗੱਲ ਦੀ ਕੀ ਇੰਪੋਰਟੈਂਸ ਹੈ? ਕਿਉਂ ਇਹਨਾਂ ਗੱਲਾਂ ਨੂੰ ਇੰਨੀ ਇੰਪੋਰਟੈਂਸ ਦਿੱਤੀ ਜਾ ਰਹੀ ਹੈ? ਬੇਸਿਕ ਇਸ਼ੂ ਇਹ ਹੈ, ਉਹਨੂੰ ਬਿਲਡਅਪ ਕੌਣ ਕਰ ਰਿਹਾ? ਜਿੰਨੀ ਉਹਨੂੰ ਟੈਨਸ਼ਨ ਦਿੱਤੀ ਜਾ ਰਹੀ ਹੈ ਉਹ ਇੰਨਾ ਬਿਲਡਅਪ ਹੋ ਰਿਹਾ। ਪੰਜਾਬ ਵਿੱਚ ਉਹਦੀ ਫਾਲੋਇੰਗ ਕੋਈ ਨਹੀਂ, ਫਾਲੋਇੰਗ ਬਾਹਰ ਵੀ ਕੋਈ ਨਹੀਂ ਗੀ ਬਹੁਤੀ। ਤੁਸੀਂ ਕਿਸੇ ਲੋਕਾਂ ਨਾਲ ਆਮ ਨਾਲ ਗੱਲ ਕਰਕੇ ਦੇਖ ਲਓ ਤੇ ਕੋਈ ਨਹੀਂ। ਜੇ ਲੰਡਨ ਦੇ ਵਿੱਚ ਇਹਨਾਂ ਨੇ ਪਹਿਲੇ ਰੈਫਰੈਂਡਮ ਦੀ ਕਾਲ ਦਿੱਤੀ ਸੀਗੀ ਜਾਂ ਮੀਟਿੰਗ ਦੀ, ਤੇ ਉੱਥੇ 3-4 ਜਾਂ 2-3 ਹਜ਼ਾਰ ਬੰਦਾ ਇਕੱਠਾ ਹੋਇਆ ਸੀਗਾ, ਜਦ ਕਿ ਇੰਨੀ ਹਾਈਪ ਬਿਲਡ ਕੀਤੀ ਗਈ ਸੀਗੀ। ਸੋ ਇਹ ਜਿਹੜਾ ਨੈਰੇਟਿਵ ਵਾਪਰ ਰਿਹਾ ਹੈ, ਇਹਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਕਿ ਇਹਦੇ ਪਿੱਛੇ ਫੋਰਸਿਸ ਕਿਹੜੀਆਂ, ਕੌਣ ਕੀ ਕੰਮ ਕਰ ਰਿਹਾ ਹੈ। ਕਿ ਇਹ 2024 ਲੋਕ ਸਭਾ ਇਲੈਕਸ਼ਨ ਦੀ ਇੱਥੇ ਬਿਲਡਅਪ ਹੈ, ਲੇਕਿਨ ਸਿਰਫ ਬਿਲਡਅਪ ਨਹੀਂ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਜੀਓਪੋਲਿਟੀਕਲ ਸਿਚੁਏਸ਼ਨ ਇਹਦੇ ਤੇ ਅਰਾਊਂਡ ਘੁੰਮ ਰਹੀ ਹੈ, ਜਿਵੇਂ ਲਾਈਨਅਪ ਐਂਗਲੋਸਫੀਅਰ ਕੰਟਰੀਜ਼ ਦੀ 5 ਦੀ ਹੋ ਗਈ ਹੈ, ਉਹ ਇਸ਼ੂ 2024 ਦੀ ਇਲੈਕਸ਼ਨ ਤੋਂ ਬਿਲਕੁਲ ਵੱਖਰਾ ਹੈ। ਸੋ 2 ਇਸ਼ੂ ਅਲੱਗ-ਅਲੱਗ ਹੈ। ਮੋਦੀ ਜੀ ਦੀ ਸਰਕਾਰ ਨੂੰ ਇੱਥੇ ਪਾਰਟੀ ਨੂੰ ਸੂਟ ਕਰਦੀ ਹੈ ਇਹ ਬਿਲਡਅਪ 2024 ਵਾਸਤੇ। ਇਹ ਸਾਨੂੰ ਨਹੀਂ ਅੱਖੋਂ ਪਰੋਖੇ ਕਰਨਾ ਚਾਹੀਦਾ, ਲੇਕਿਨ ਗਲੋਬਲ ਲੈਵਲ ਤੇ ਜਿਹੜੀ ਲਾਈਨਅਪ ਹੈ ਉਹ ਹਿੰਦੁਸਤਾਨ ਦੇ ਹੱਕ ਦੇ ਵਿੱਚ ਨਹੀਂ। ਪ੍ਰੋਫੈਸਰ ਸਾਹਿਬ, ਜਿਵੇਂ ਸਰਦਾਰ ਜਗਤਾਰ ਸਿੰਘ ਉਹਨਾਂ ਨੇ ਗੱਲ ਕੀਤੀ, ਇਹਦਾ ਦੂਜਾ ਪਹਿਲੂ ਵੇਖ ਕੇ ਆਪਾਂ ਐਵੇਂ ਦੇਖੀਏ ਕਿ ਗੁਰਪ੍ਰਤਵੰਤ ਪੰਨੂ ਅਮਰੀਕਾ 'ਚ ਰਹਿ ਕੇ ਕਿਸੇ ਦੂਸਰੇ ਇੱਕ ਹੇਟ ਸਪੀਚ ਟਾਈਪ ਹੀ ਗੱਲ ਹੁੰਦੀ ਹੈ ਨਾ, ਵੀ ਸਾਰੇ ਹਿੰਦੂ ਛੱਡ ਜੋ ਨਹੀਂ ਤਾਂ ਐ ਹੋ ਜੂ। ਬਾਕੀ ਇਹ ਵੀ ਕਾਹਦੀ ਡੈਮੋਕ੍ਰੇਸੀ ਹੁੰਦੀ ਹੈ ਕਿ ਹੇਟ ਸਪੀਚ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ, ਪ੍ਰੋਟੈਕਸ਼ਨ ਹੁੰਦੀ ਹੈ। ਕਿਤੇ ਕਈ ਵਾਰ ਇਹ ਨਹੀਂ ਕਿ ਸਾਡਾ ਵੀ ਹੋਮ ਮਿਨਿਸਟਰ ਤੇ ਸਾਡਾ ਵੀ ਚੀਫ ਮਿਨਿਸਟਰ, ਸਾਰੇ ਜਿਹੜੇ ਪਹਿਲਾਂ ਸੀਗੇ ਅਮਰਿੰਦਰ ਸਿੰਘ ਤੱਕ, ਉਹ ਫਟਾਫਟ ਰਿਐਕਟ ਕਰਦੇ ਸੀ। ਪੰਨੂ ਦਾ ਇੱਕ ਵੀ ਬਿਆਨ ਆ ਜਾਂਦਾ ਸੀ, ਪਤਾ ਨਹੀਂ ਕਿੱਡੇ ਕੁ ਵੱਡੇ ਆਗੂ ਨੂੰ ਰਿਐਕਟ ਕਰਨਾ ਜ਼ਰੂਰੀ ਹੈ, ਨਹੀਂ ਤਾਂ ਫਿਰ ਕੱਲ ਗੱਲ ਕੋਈ ਇਹੋ ਜਿਹੀ ਨਾ ਹੋ ਜੇ। ਇੱਕ ਤਾਂ ਇਹ ਐਂਗਲ ਦਿਖਾਈ ਦਿੰਦਾ ਜਿਹੜਾ ਚਰਚਾ 'ਚ। ਨਾਲ ਦੀ ਨਾਲ ਜਿਹੜੇ ਇਲੈਕਟੋਰਲ ਪੁਆਇੰਟ ਆਫ ਵਿਊ ਤੋਂ ਇੱਕ ਚਰਚਾ ਹੋਰ ਵੀ ਹੈ। ਉਹ ਚਰਚਾ ਇਹ ਵੀ ਹੈ, ਕੋਈ ਕਹਿੰਦਾ ਟਰੂਡੋ ਨੇ ਵੀ ਇਹ ਬਿਆਨ ਹਾਊਸ ਆਫ ਕਾਮਨ 'ਚ ਤਾਂ ਦਿੱਤਾ ਜਾ ਕੇ ਜੀ ਕਿਉਂਕਿ ਉਹਦੀ ਵੀ ਚਾਹੇ 25 'ਚ ਹੈ ਉਹ ਇਲੈਕਸ਼ਨ ਜਾ ਕੇ, ਵੀ ਪਤਾ ਨਹੀਂ ਉੱਥੇ ਦੀ ਵੀ ਇਲੈਕਸ਼ਨ ਤੇ ਕੋਈ, ਕਿਉਂਕਿ ਉਹਦਾ ਜਿਹੜਾ ਪ੍ਰਭਾਵ ਹੈ ਉਹ ਲਗਾਤਾਰ ਘਟਦਾ ਜਾ ਰਿਹਾ ਸੀ। ਸ਼ਾਇਦ ਇਹਦੇ ਨਾਲ ਉਹਦਾ ਸ਼ੋਹਰਤ ਜਿਹੜੀ ਉਹ ਵੱਧ ਜਾਏਗੀ ਤੇ ਲੋਕਾਂ ਦੇ ਵਿੱਚ ਇੱਕ ਕ੍ਰੈਡੀਬਿਲਿਟੀ, ਭਰੋਸੇਯੋਗਤਾ ਹੋਰ ਪੈਦਾ ਹੋ ਜਾਏਗੀ ਉਸ ਮਾਮਲੇ ਦੇ ਵਿੱਚ। ਪਰ ਜਦੋਂ ਸਾਰੇ ਦੇਸ਼ ਮਿਲ ਕੇ 5 ਦੇਸ਼ ਇਹ ਕਹਿੰਦੇ ਹੋਣ ਕਿ ਇੱਕ ਕ੍ਰੈਡੀਬਲ ਇਨਫੋਰਮੇਸ਼ਨ ਹੈ ਜਾਂ ਇਹਦੇ ਨਾਲ ਆਹ ਚੀਜ਼ਾਂ ਹੋ ਰਹੀਆਂ ਨੇ, ਇੱਕ ਤਾਂ ਇਹ ਐਂਗਲ ਜਿਹੜਾ ਪੋਲੀਟੀਕਲ ਐਂਗਲ ਹੈ ਇਹਨੂੰ ਅਸੀਂ ਕਿਵੇਂ ਲੈ ਸਕਦੇ ਹਾਂ। ਤੇ ਦੂਸਰਾ ਸਵਾਲ ਇਹ ਵੀ ਹੈ ਕਿ ਸਾਡੇ ਸਬੰਧ ਇਹਨਾਂ ਸਾਰੇ ਦੇਸ਼ਾਂ ਨਾਲ ਵਧੀਆ, ਪਿਛਲੇ ਸਮੇਂ ਤੋਂ ਤਾਂ ਅਸੀਂ ਇਹ ਕਹਿੰਦੇ ਆ ਰਹੇ ਹਾਂ ਲਗਾਤਾਰ ਕਿ ਅਮਰੀਕਾ ਨਾਲ ਵੀ ਸਾਡੇ ਸਟ੍ਰੈਟਜੀਕਲੀ ਹੁਣ ਰਿਲੇਸ਼ਨ ਹੋ ਗਏ ਨੇ, ਸਗੋਂ ਬੈਟਰ ਹੋ ਗਏ ਪਹਿਲਾਂ ਨਾਲੋਂ। ਈਵਨ ਕੈਨੇਡਾ ਨਾਲ ਤਾਂ ਹੈਗੇ ਹੀ ਨੇ, ਕਿਉਂਕਿ ਸਾਡਾ ਨਾ ਕੇਵਲ ਬਿਜ਼ਨਸ ਦਾ ਸਵਾਲ ਹੈ ਬਲਕਿ ਪੋਲੀਟੀਕਲ ਰਿਲੇਸ਼ਨ ਵੀ, ਤੇ ਬੰਦੇ ਵੀ ਜਾ ਰਹੇ ਨੇ, ਸਭ ਤੋਂ ਜ਼ਿਆਦਾ ਸਾਡੇ ਕੈਨੇਡਾ ਦੇ ਵਿੱਚ ਜਾ ਰਹੇ ਨੇ ਇੱਥੋਂ ਦੀ ਬਜਾਏ। ਕਿ ਜਿਹੜਾ ਉਹਨਾਂ ਨੇ ਬੁਨਿਆਦੀ ਸਵਾਲ ਉਠਾਇਆ ਸੋਵਰਨਟੀ ਦਾ ਕੁਐਸਚਨ, ਇੱਕ ਜੇਕਰ ਮੈਂ ਗੱਲ ਕਰਾਂ ਕਿ ਕੋਈ ਬਾਹਰਲੀ ਧਿਰ ਆ ਕੇ ਜੇ ਕਿਸੇ ਨੂੰ ਲੱਗਦਾ ਕਿ ਮੇਰੇ ਅੰਦਰ ਮੇਰੇ ਨਾਗਰਿਕ ਤੇ ਅਟੈਕ ਕੀਤਾ ਜਾਂਦਾ ਹੈ, ਸਾਡੇ ਦੇਸ਼ 'ਚ ਤਾਂ ਹਾਲਾਂਕਿ ਬਹੁਤ ਸਾਰੇ ਬੰਦੇ ਮਰ ਮੁਰ ਜਾਂਦੇ ਨੇ, ਕੋਈ ਬਾਹਲਾ ਪੁੱਛਦਾ ਨਹੀਂ, ਕੋਈ ਜਾਂਚ ਨਹੀਂ ਹੁੰਦੀ, ਚਾਹੇ ਉਹ ਚਿੱਠੀ ਸਿੰਘਪੁਰਾ 'ਚ ਮਰ ਗਏ ਹੋਣ। ਹਾਲਾਂਕਿ ਬਿਲ ਕਲਿੰਟਨ ਨੇ ਤਾਂ ਉਹ ਇੱਕ ਕਿਤਾਬ ਦੇ ਮੁੱਖ ਪੰਥ 'ਚ ਵੀ ਲਿਖਿਆ ਕਿ ਮੇਰੇ ਜਾਣ ਕਰਕੇ ਆਹ ਚੀਜ਼ਾਂ ਹੋਈਆਂ, ਜਿਹੜਾ ਕਲੀਅਰ ਕੱਟ ਕਿਹਾ ਗਿਆ ਕਿ ਉਹਦੇ 'ਚ ਜਿਹੜੇ ਹਿੰਦੂ ਫੰਡਾਮੈਂਟਲਿਜ਼ਮ ਜਿਹੜੇ ਗਰੁੱਪ ਨੇ ਉਹਨਾਂ ਨੇ ਇਹ ਗੱਲ ਕੀਤੀ ਹੋ ਸਕਦੀ ਹੈ, ਪਰ ਅਸੀਂ ਰਿਐਕਟ ਨਹੀਂ ਕੀਤਾ ਕੋਈ। ਇਹ ਜਿਹੜਾ ਮਿਲਗੁਬ ਹੈ ਪੋਲਿਟਿਕਸ ਦਾ, ਟੋਟਲ ਇਕਨੋਮਿਕ ਰਿਲੇਸ਼ਨਜ਼ ਦਾ, ਇਹਨੂੰ ਤੁਸੀਂ ਕਿਸ ਨਜ਼ਰੀਏ ਤੋਂ ਲਿਆ ਹੁਣ ਤੱਕ ਜਦੋਂ ਦੀ ਇਹ ਚੱਲ ਰਿਹਾ? ਜਿਹੜਾ ਤੁਸੀਂ ਕਿਹਾ ਕਿ ਇਹ ਖਾਸ ਕਰਕੇ ਜਿਹੜਾ ਇਸ਼ੂ ਹੈ ਇਸ ਵੇਲੇ ਹੇਟ ਸਪੀਚ ਵਾਲਾ ਹੈਗਾ, ਜਾਂ ਇੰਨੀ ਜਿਹੜੀ ਆਪਾਂ ਕਹਿੰਦੇ ਆ ਕਿ ਜੋ ਮਰਜ਼ੀ ਬੋਲੀ ਜਾਓ, ਮੈਨੂੰ ਲੱਗਦਾ ਸੀ ਕਿ ਜਦੋਂ ਉੱਥੇ ਇੰਡੀਆ ਦੇ ਨਾਲ ਕੰਪੇਅਰ ਕਰਦੇ ਹਾਂ, ਕਿਉਂਕਿ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਕਲੇਮ ਕਰ ਲੈਂਦੇ ਹਾਂ ਕਿ ਸਾਡੀ ਬਹੁਤ ਵੱਡੀ ਡੈਮੋਕ੍ਰੇਸੀ ਹੈਗੀ ਆ। ਕਾਰਨ ਇਹ ਹੈਗਾ ਕਿ ਜਿਹੜਾ ਅਮਰੀਕਨ ਤੰਤਰ ਹੈਗਾ, ਅਮਰੀਕਨ ਜਿਹੜੀ ਡੈਮੋਕ੍ਰੇਸੀ ਹੈਗੀ ਆ, ਅਮਰੀਕਨ ਸੋਸ਼ਲ ਸਟਰਕਚਰ ਹੈਗਾ, ਅਮਰੀਕਨ ਇੰਸਟੀਟਿਊਸ਼ਨਸ ਹੈਗੀਆਂ,
ਉਹ ਫਰੀडम ਬਹੁਤ ਦਿੰਦੀਆਂ, ਪਰ ਨਾਲ ਜਿਹੜਾ ਸਮਾਜਿਕ ਰਿਸਪੌਂਸਿਬਿਲਿਟੀ ਉੱਥੇ ਬਹੁਤ ਜ਼ਿਆਦਾ ਹੈ। ਔਰ ਕੋਈ ਵੀ ਵਿਅਕਤੀ ਜਿਹੜਾ ਖਾਸ ਕਰਕੇ ਜਿਹੜੀ ਇੰਡੀਵਿਜੂਅਲ ਫਰੀडम ਹੈਗੀ ਆ, ਉਹ ਆਪਣੀ ਫਰੀडम ਦੇ ਨਾਲੋਂ ਜਿਹੜਾ ਇੰਡੀਵਿਜੂਅਲ ਜਿਹੜਾ ਦੂਸਰਾ ਉਹਦਾ ਕੰਸਰਨ ਆ ਉਹਨਾਂ ਲੋਕਾਂ ਨੂੰ ਜ਼ਿਆਦਾ। ਉਹਦਾ ਕਾਰਨ ਇਹ ਹੋ ਸਕਦਾ ਵੀ ਸਮਾਜ ਜਿਹੜੇ ਲੋਕ ਹੈਗੇ ਆ ਉਹ ਕਾਫੀ ਇਸ ਮਾਮਲੇ ਦੇ ਵਿੱਚ ਉਹਨੂੰ ਕਹਿ ਲਈਏ ਕਿ ਉਹ ਕੰਸਰਨਡ ਹੈਗੇ ਆ। ਔਰ ਇਸ ਕਰਕੇ ਕਦੀ ਵੀ ਉੱਥੇ ਐਕਸਪੈਕਟ ਨਹੀਂ ਕੀਤਾ ਜਾਂਦਾ ਕਿ ਇਸ ਲੈਵਲ ਤੇ ਪਹੁੰਚਣਗੇ ਜਾਂ ਇਸ ਕਿਸਮ ਦੀ ਜਿਹੜੀ ਹੈਗੀ ਕੋਈ ਗੱਲਬਾਤ ਹੋਊਗੀ ਜਿਹੜੀ ਲੱਗਦਾ ਹੈ ਕਿ ਇਸ ਕਿਸਮ ਦੀ ਨਫ਼ਰਤ ਪੈਦਾ ਕਰੂਗਾ। ਉਹ ਇਮੈਜਿਨਡ ਹੀ ਨਹੀਂ ਕੀਤਾ ਜਾਂਦਾ। ਔਰ ਜੇ ਕਿਤੇ ਇਦਾਂ ਦੀ ਗੱਲ ਹੁੰਦੀ ਆ ਤੇ ਉੱਥੇ ਸਟੇਟ ਬਹੁਤ ਸਟਰੋਂਗਲੀ ਇੰਟਰਵੀਨ ਕਰਦਾ, ਔਰ ਜਿਹੜੀਆਂ ਉਹਦੀਆਂ ਸੰਸਥਾਵਾਂ ਹੈਗੀਆਂ ਵਾ ਉਹ ਜਿਹਦੇ ਅਗੇਂਸਟ ਤੋਂ ਸਾਰਾ ਕੁਝ ਕੀਤਾ ਜਾਂਦਾ ਵਾ ਉਹਦੀ ਹੁੰਦੀ ਆ, ਜਿਹਨੂੰ ਆਪਾਂ ਰੂਲ ਆਫ ਲਾ ਵੀ ਕਹਿੰਦੇ ਆ, ਜਿਹਨੂੰ ਆਪਾਂ ਜਸਟਿਸ ਵੀ ਕਹਿੰਦੇ ਆ, ਜਾਂ ਪਬਲਿਕ ਓਪੀਨੀਅਨ ਬਹੁਤ ਸਟਰੋਂਗ ਹੁੰਦੀ ਆ, ਚਾਹੇ ਉਹ ਉੱਥੇ ਕੋਈ ਪੋਲੀਟੀਕਲ ਲੀਡਰਸ ਹੋਣ ਚਾਹੇ ਹੋਰ ਇੰਡੀਵਿਜੂਅਲਸ ਹੋਣ। ਇਹ ਗੱਲ ਠੀਕ ਹੈਗੀ ਆ ਕਿ ਅਮਰੀਕਾ ਦੀ ਜਾਂ ਹੋਰ ਇਹ ਜਿਹੜੇ ਦੇਸ਼ ਸੀਗੇ ਇਹਨਾਂ ਦੀ ਰਾਜਨੀਤੀ ਰਹਿੰਦੀ ਆ ਕਿ ਜਿਹੜੇ ਤੀਸਰੀ ਦੁਨੀਆ ਦੇ ਦੇਸ਼ ਹੈਗੇ ਆ ਉਹਨਾਂ ਵਾਸਤੇ ਕਈ ਕਿਸਮ ਦੇ ਮਸਲੇ ਪੈਦਾ ਕਰਦੇ ਵੀ ਆ ਜਾਂ ਮਸਲੇ ਹੁੰਦੇ ਆ ਉਹਦੇ ਵਿੱਚ ਉਹਨਾਂ ਨੂੰ ਹਵਾ ਵੀ ਦਿੰਦੇ ਆ। ਇੱਕ ਚੀਜ਼ ਇਹ ਦੇਖਣ ਵਾਲੀ ਆ ਕਿ ਜਿਹੜੇ ਹਾਲਾਤ ਅਸੀਂ ਇੱਥੇ ਜਿਨ੍ਹਾਂ ਚੋਂ ਗੁਜ਼ਰ ਰਹੇ ਹਾਂ ਜਾਂ ਜਿਨ੍ਹਾਂ ਹਾਲਾਤਾਂ 'ਚ ਅਸੀਂ ਰਹਿੰਦੇ ਹਾਂ ਜਾਂ ਜਿਸ ਕਿਸਮ ਦਾ ਆਪਾਂ ਕਰ ਲਈਏ ਕਿ ਪੰਜਾਬ ਦੇ ਵਿੱਚ ਹਾਲਾਤ ਹੈਗੇ ਆ, ਇਹਦੀ ਪਿਕਚਰ ਕਈ ਵਾਰੀ ਕਲੀਅਰਲੀ ਉੱਥੇ ਨਹੀਂ ਆਉਂਦੀ। ਔਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉੱਥੇ ਦੱਸੀਆਂ ਜਾਂਦੀਆਂ, ਫਾਰ ਐਗਜ਼ਾਮਪਲ ਤੁਸੀਂ ਉੱਥੇ ਕਿ ਮੈਂ 2-3 ਗੁਰਦੁਆਰਿਆਂ 'ਚ ਗਿਆ ਔਰ ਉਹਨਾਂ ਗੁਰਦੁਆਰਿਆਂ ਦੇ ਲੰਗਰ ਹਾਲਾਂ 'ਚ ਉਹਨਾਂ ਲੋਕਾਂ ਦੀਆਂ ਫੋਟੋਆਂ ਲੱਗੀਆਂ ਸੀ ਜਿਹੜੇ ਲੋਕ ਇੱਥੇ ਜਿਹਨਾਂ ਦੇ ਮਤਲਬ ਕਹਿ ਸਕਦੇ ਆ ਵੀ ਉਹਨਾਂ ਨੇ ਕੀ ਕੰਮ ਨਹੀਂ ਜੋ ਲੋਕਾਂ ਦੇ ਨਾਲ ਕੀਤੇ। ਔਰ ਉੱਥੇ ਜਿਹੜਾ ਸਾਰਾ ਵਰਤਾਰਾ ਹੋ ਰਿਹਾ ਔਰ ਜਿਸ ਕਿਸਮ ਦਾ ਸਾਰਾ ਇਹ, ਕਿਉਂਕਿ ਇਹ ਗੱਲ ਠੀਕ ਹੈਗੀ ਆ ਕਿ ਬਹੁਤ ਵੱਡੀ ਗਿਣਤੀ ਤੇ ਨਹੀਂ ਹੋਊਗੀ ਪਰ ਚੰਗੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉੱਥੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਈ ਸੀਗੀ 80s ਦੇ ਵਿੱਚ, ਚਾਹੇ ਉਹ ਸਟੇਟ ਦਾ ਟੈਰਰਿਜ਼ਮ ਸੀਗਾ ਚਾਹੇ ਨੌਨ ਸਟੇਟ ਟੈਰਰਿਜ਼ਮ ਸੀਗਾ, ਉੱਥੇ ਉਹ ਚਲੇ ਗਏ ਔਰ ਉਹਦੇ ਬੇਸਿਸ ਦੇ ਉੱਤੇ ਉਹ ਟਿਕੇ ਆ। ਔਰ ਇਹਦੇ ਨਾਲ ਫਿਰ ਇਹ ਪ੍ਰੋਸੈਸ ਅਜੇ ਤੱਕ ਵੀ ਚੱਲੀ ਜਾ ਰਿਹਾ ਔਰ ਉਹਦੇ ਵਿੱਚ ਨੈਕਸਟ ਹੀ ਉਹਨਾਂ ਨੂੰ ਇਹ ਬਣਦਾ ਕਿ ਜੇ ਇਹ ਮੁੱਦਾ ਬਣਿਆ ਰਵੇ, ਜੇ ਮੁੱਦਾ ਚੱਲਦਾ ਰਵੇ ਤੇ ਉਹਨਾਂ ਨੂੰ ਕੋਈ ਨਾ ਕੋਈ ਲੈਜੀਟੀਮੇਸੀ ਮਿਲੀ ਜਾਂਦੀ ਆ। ਸਟੇਟ ਜਦੋਂ ਇਦਾਂ ਦਾ ਕੋਈ ਏਜੰਡਾ ਹੁੰਦਾ, ਫਾਰ ਐਗਜ਼ਾਮਪਲ ਗੁਰਦੁਆਰੇ ਦੇ ਵਿੱਚ ਕੀ ਹੁੰਦਾ, ਸਟੇਟ ਉੱਥੇ ਇੰਟਰਵੀਨ ਨਹੀਂ ਕਰੂਗੀ। ਜਦੋਂ ਉਹਦਾ ਅਸਰ ਉਹਨਾਂ ਦੇ ਸਮਾਜ ਦੇ ਉੱਤੇ ਬਾਹਰਲੇ ਪਾਸੇ ਵੱਲ ਪਊਗਾ ਉਦੋਂ ਫਿਰ ਜਾ ਕੇ ਜਿਹੜਾ ਹੈਗਾ ਉਹਨੂੰ ਕਰਨਗੇ। ਸਾਡੇ ਲੋਕਾਂ ਨੂੰ ਇਹ ਲੱਗਦਾ ਵੀ ਇੱਥੇ ਤੁਸੀਂ ਜੋ ਮਰਜ਼ੀ ਬੋਲ ਸਕਦੇ, ਜੋ ਮਰਜ਼ੀ ਕਹਿ ਸਕਦੇ, ਜਿਹੜਾ ਮਰਜ਼ੀ ਗੱਲ ਜਿਹਨੂੰ ਪ੍ਰਚਾਰ ਕਰ ਸਕਦੇ ਹੋ, ਕੁਝ ਹੱਦ ਤੱਕ ਉੱਥੇ ਫਰੀडम ਹੈਗੀ ਆ। ਪਰ ਕਿਉਂਕਿ ਉਹਨਾਂ ਦਾ ਸਮਾਜ ਸਾਡੇ ਤੋਂ ਵੱਖਰਾ ਹੈ, ਉਹ ਆਪਣੇ ਲੋਕਾਂ ਦੇ ਜਿਹੜੇ ਆਪਣੇ ਸਿਟੀਜ਼ਨ ਉੱਤੇ ਯਕੀਨ ਕਰਦੇ ਆ ਔਰ ਇਹ ਸਮਝਦੇ ਆ ਕਿ ਇਹ ਬੰਦੇ ਜਿਹੜੇ ਆ ਰਿਸਪੌਂਸਿਬਲੀ ਜਿਹੜਾ ਬਿਹੇਵ ਕਰਨਗੇ। ਤਾਂ ਇਸ ਕਰਕੇ ਇਹ ਜਿਹੜੇ ਲੋਕ ਹੈਗੇ ਆ, ਪੰਨੂ ਹੁਣੀ ਹੈਗੇ ਆ ਜਾਂ ਹੋਰ ਲੋਕ ਆ, ਇਹ ਗੁਰਦੁਆਰਾ ਇੱਕ ਬਹੁਤ ਵੱਡਾ ਇੱਕ ਇੰਸਟਰੂਮੈਂਟ ਹੈ। ਇਹ ਗੱਲ ਮੰਨਣੀ ਪਊਗੀ ਕਿ ਉੱਥੇ ਗੁਰਦੁਆਰਾ ਵੀ ਇੱਕ ਬਹੁਤ ਵੱਡਾ ਵਪਾਰ ਬਣ ਕੇ ਬਹਿ ਗਿਆ, ਬਹੁਤ ਵੱਡਾ ਇਸ ਵੇਲੇ ਇੱਕ ਬਿਜ਼ਨਸ ਵਾਲਾ ਬਹੁਤ ਵੱਡਾ ਸਾਧਨ ਹੈਗਾ। ਕੱਲੇ ਗ੍ਰੇਟਰ ਵੈਨਕੂਵਰ ਦੇ ਵਿੱਚ ਆਮ ਦੱਸਿਆ ਜਾਂਦਾ ਕਿ 300-350 ਗੁਰਦੁਆਰਾ ਹੈਗੇ ਆ ਔਰ ਗੁਰਦੁਆਰਿਆਂ 'ਚ ਲੜਾਈ ਹੁੰਦੀ ਆ, ਗੁਰਦੁਆਰਿਆਂ ਦੇ ਕਬਜ਼ੇ ਦੀ ਲੜਾਈ ਹੁੰਦੀ ਆ, ਗੁਰਦੁਆਰਿਆਂ ਦੀ ਆਮਦਨ ਬਹੁਤ ਜ਼ਿਆਦਾ ਹੈਗੀ ਆ, ਗੁਰਦੁਆਰਿਆਂ ਦੀਆਂ ਬਹੁਤ ਜ਼ਿਆਦੀਆਂ ਹੈਗੀਆਂ ਔਰ ਇਹ ਧਾਰਮਿਕ ਪੁੰਨ ਦੇ ਤੌਰ ਦੇ ਉੱਤੇ ਵੀ ਕਈ ਵਾਰੀ ਤੁਸੀਂ ਆਪਣੀ ਇਦਾਂ ਦੀ ਆਇਡੈਂਟੀਟੀ ਕ੍ਰੀਏਟ ਕਰਦੇ ਹੋ ਕਿ ਤੁਸੀਂ ਡਿਸਟਿੰਕਟ ਹੋ ਜਾਂਦੇ ਹੋ। ਇੱਕ ਗਰੁੱਪ ਉੱਥੇ ਉਹਨਾਂ ਲੋਕਾਂ ਦਾ ਹੈਗਾ ਕਿ ਜਿਨ੍ਹਾਂ ਦਾ ਰੋਟੀ ਪਾਣੀ ਦਾ ਮਸਲਾ ਹੱਲ ਹੋ ਗਿਆ, ਥੋੜੇ ਆ, ਹੋਰ ਕੋਈ ਇੱਥੇ ਕਿਸੇ ਡੋਮੇਨ ਦੇ ਵਿੱਚ ਉਹਨਾਂ ਨੂੰ ਲੱਗਦਾ ਨਹੀਂ ਵੀ ਸਾਡੀ ਕੋਈ ਐਗਜ਼ਿਸਟੈਂਸ ਹੈਗੀ ਆ। ਤਾਂ ਕਈ ਵਾਰੀ ਫਿਰ ਲੱਗਦਾ ਵੀ ਜਿਹੜੇ ਇਹੋ ਜਿਹੇ ਕੰਮ ਹੁੰਦੇ ਆ ਜਾਂ ਇਦਾਂ ਦੇ ਇਸ਼ੂਜ਼ ਹੁੰਦੇ ਆ ਜਿੱਥੇ ਤੁਸੀਂ ਲੀਡ ਕਰ ਸਕਦੇ ਜੋ, ਉਹਦੇ ਨਾਲ ਆਪਣੇ ਮਨ ਦੀ ਸੈਟੀਸਫੈਕਸ਼ਨ ਵੀ ਹੁੰਦੀ ਆ ਇਹਦੇ ਨਾਂ ਦੇ ਉੱਤੇ ਕਿ ਅਸੀਂ ਆਪਣੀ ਕੌਮ ਨੂੰ ਜਾਂ ਕਮਿਊਨਿਟੀ ਨੂੰ ਜਿਹੜਾ ਹੈਗਾ ਵਾ ਉਹਦੇ ਵਿੱਚ ਇੱਕ ਪ੍ਰੋਮੀਨੈਂਟ ਹੀ ਬਣੇ ਰਹਿੰਦੇ ਆ, ਲੱਗਦਾ ਕਿ ਅਸੀਂ ਸਰਵ ਕਰਦੇ ਆ। ਸੋ ਇਸ ਕਰਕੇ ਸਾਰਾ ਜਿਹੜਾ ਉੱਥੋਂ ਦਾ ਰਾਮ ਰੌਲਾ ਹੈ, ਮੈਂ ਤਾਂ ਖੁਦ ਇਹ ਦੇਖਿਆ ਕਿ ਇਸ ਪੰਜਾਬ ਦੇ ਵਿੱਚ ਤੁਸੀਂ ਜ਼ਿਆਦਾ ਖੁੱਲ ਕੇ ਕੋਈ ਇਸ ਮਾਮਲੇ ਤੇ ਗੱਲ ਕਰ ਸਕਦੇ ਜੋ। ਉੱਥੇ ਤੁਸੀਂ ਜੇ ਖਾਲਿਸਤਾਨ ਦੇ ਅਗੇਂਸਟ ਬੋਲਦੇ ਜੋ ਜਾਂ ਇਦਾਂ ਦੀ ਕੋਈ ਗੱਲ ਕਰਦੇ ਹੋ ਤੇ ਤੁਹਾਨੂੰ ਜਿਹੜਾ ਲੱਗਦਾ ਕਿ ਉੱਥੇ ਰੈਜ਼ਿਸਟੈਂਸ ਜ਼ਿਆਦਾ ਆਊਗੀ, ਉੱਥੇ ਤੁਹਾਨੂੰ ਜਿਹੜਾ ਹੈਗਾ ਲੋਕੀ ਜਿਹੜੇ ਤੁਹਾਡੇ ਮਗਰ ਪੈ ਜਾਣਗੇ, ਜੋ ਵੀ ਆ ਸਾਰਾ ਹੋਰ ਤਾਣਾ ਬਾਣਾ ਉਹਦੇ ਵਿੱਚੋਂ ਹੈਗਾ। ਇਹ ਗੱਲ ਜ਼ਰੂਰ ਹੈਗੀ ਕਿ ਵੱਡੀ ਗਿਣਤੀ ਉੱਥੇ ਸਾਇਲੈਂਟ ਹੈ, ਉਹ ਚੁੱਪ ਕੀਤੀ ਆ, ਆਪਣੇ ਕੰਮਕਾਰ 'ਚ ਲੱਗਿਆ। ਪਰ ਪਿਛਲੇ ਸਮੇਂ 'ਚ ਵੀ ਦੇਖਿਆ ਸੀ ਕਿ ਇੱਕ ਧਿਰ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਭਾਈ ਸਾਨੂੰ ਇਹਦਾ ਕਾਊਂਟਰ ਨਰੇਟਿਵ ਜਿਹੜਾ ਉਹ ਬਿਲਡ ਕਰਨਾ ਪਊਗਾ, ਸਾਨੂੰ ਕਮਿਊਨਿਟੀ ਦੇ ਵਿੱਚ ਹੋਰ ਇਨਵੋਲਵ ਹੋਣਾ ਪਊਗਾ, ਸਾਨੂੰ ਸਿਰਫ ਆਪਣੇ ਰੋਟੀ ਪਾਣੀ ਦੇ ਵਿੱਚ ਨਹੀਂ ਇੰਗੇਜ ਹੋਣਾ ਚਾਹੀਦਾ। ਕਿਉਂਕਿ ਜਿਹੜੀ ਨਵੀਂ ਪੀੜ੍ਹੀ ਜਿਹੜੀ ਉੱਥੇ ਪੈਦਾ ਹੋਈ ਹੈ ਜਾਂ ਜਿਹੜੇ ਲੋਕ ਉੱਥੇ ਜਿਨ੍ਹਾਂ ਨੂੰ ਬਹੁਤ ਇਗਨੋਰੈਂਟ ਹੈਗੇ ਆ ਜਾਂ ਬਹੁਤਾ ਪਤਾ ਨਹੀਂ ਹੈ, ਜਿੰਨੀਆਂ ਵੀ ਪ੍ਰੋਜੈਕਸ਼ਨਸ ਹੋ ਰਹੀਆਂ ਉੱਥੇ ਉਹ ਇਹੀ ਪ੍ਰੋਜੈਕਸ਼ਨਸ ਹੋ ਰਹੀਆਂ ਵਾ ਕਿ ਉੱਥੇ ਬਹੁਤ ਜ਼ਿਆਦਤੀ ਹੋ ਰਹੀ ਆ, ਉੱਥੇ ਜੈਨੋਸਾਈਡ ਹੋ ਰਿਹਾ ਵਾ, ਉੱਥੇ ਬਲੱਡ ਸ਼ੈਡ ਹੋਇਆ ਸੀਗਾ। ਅੱਤਵਾਦ ਦੇ ਸਮੇਂ ਦੇ ਵਿੱਚ ਇੱਕੋ ਪਿਕਚਰ ਦਿੱਤੀ ਜਾ ਰਹੀ ਆ ਕਿ ਸਟੇਟ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿ ਜਦੋਂ ਕਿ ਦੂਸਰਾ ਪਾਸਾ ਵੀ ਸ਼ਾਇਦ ਓਨਾ ਹੀ ਇਕੁਅਲੀ ਜਿਹੜਾ ਇਹ ਇੰਪੋਰਟੈਂਟ ਹੈਗਾ।
ਦੂਸਰੀ ਸਰ ਤੁਸੀਂ ਕੀਤੀ ਇਲੈਕਟਰਲ ਪ੍ਰੋਸੈਸ ਦੀ ਗੱਲ, 3 ਧਿਰਾਂ ਵਾਂ। ਸਿੱਖਾਂ ਦੀ ਆਬਾਦੀ 2.1% ਹੈ, ਕੋਈ 7 ਲੱਖ ਦੇ ਕਰੀਬ ਉਹਨਾਂ ਦੀ ਆਬਾਦੀ ਹੈਗੀ ਜਿਹੜਾ ਨਵਾਂ ਸੈਂਸਸ ਆਇਆ ਉਹਦੇ ਵਿੱਚੋਂ। ਔਰ ਜੇ ਵੋਟਾਂ ਵੀ ਉੱਥੇ 50-55% ਪੈਂਦੀਆਂ ਵਾ, ਜੇ 4 ਲੱਖ ਵੋਟ ਹੋਊਗੀ ਤੇ 2 ਲੱਖ ਵੋਟ ਉਹਦੇ ਵਿੱਚ ਹੈਗੀ ਆ। ਔਰ ਇਹ ਵੰਡੀ ਆ 3 ਪਾਰਟੀਆਂ ਦੇ ਵਿੱਚ। ਕੱਲੀ ਲਿਬਰਲ ਪਾਰਟੀ ਕੋ ਜਿਹੜੀ ਹੈਗੀ ਉਹਦੀ ਵੋਟ ਨਹੀਂ ਹੈਗੀ। ਤੁਸੀਂ ਦੇਖਿਆ ਕਿ ਐਨਡੀਪੀ ਦਾ ਜਿਹੜਾ ਲੀਡਰ ਹੈਗਾ ਉਹ ਪੰਜਾਬੀ ਪਾਰਟਿਕੂਲਰਲੀ ਜਿਹੜਾ ਇਸ ਕਮਿਊਨਿਟੀ ਨੂੰ ਬਿਲੋਂਗ ਕਰਦਾ। ਇਸੇ ਤਰੀਕੇ ਨਾਲ ਕੰਜ਼ਰਵੇਟਿਵ ਪਾਰਟੀ ਦੇ ਆ, ਪਰ ਕਈ ਇਮੇਜ ਕ੍ਰੀਏਟ ਕੀਤਾ ਜਾਂਦਾ। ਇਹ ਠੀਕ ਆ ਕਿ ਟਰੂਡੋ ਸਾਹਿਬ ਜਿਹੜੇ ਹੈਗੇ ਆ, ਖਾਸ ਕਰਕੇ ਕੁਝ ਜਿਹੜੇ ਸਾਡੇ ਐਕਸ਼ਨਸ ਹੈਗੇ ਆ, ਜਿੱਦਾਂ ਕਮਿਊਨਿਟੀ ਸਰਵਿਸ ਵਾਲੀ ਗੱਲ ਹੈਗੀ ਆ, ਗੁਰਦੁਆਰੇ ਵਾਲੇ ਲੰਗਰ ਵਾਲੀ ਗੱਲ ਹੈ, ਉਹਨਾਂ ਦੀ ਨਵਾਂ ਹੋ ਸਕਦੀ ਆ, ਜਾਂ ਜਦੋਂ ਉੱਥੇ ਵੀ ਕੋਈ ਆਫਤ ਆਉਂਦੀ ਆ ਤੇ ਆਪਣੇ ਲੋਕ ਉਸ ਪਾਸੇ ਵੱਲ ਜਾਂਦੇ ਆ। ਸਾਰੇ ਇਸ ਤਰੀਕੇ ਨਾਲ ਕਰਦੇ ਆ। ਉਸ ਸਿਸਟਮ ਦੇ ਵਿੱਚ ਸਾਡੇ ਲੋਕਾਂ ਦਾ ਨੰਬਰ, ਮੈਂ ਹੀ ਸਵਾਲ ਪੁੱਛਿਆ ਕਿ 2% ਸਾਡੀ ਪਾਪੂਲੇਸ਼ਨ ਹੋਵੇ, ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਹੈ ਉਹ ਡਿਸਪ੍ਰੋਪੋਰਸ਼ਨੇਟਲੀ ਕਿਉਂ ਜ਼ਿਆਦਾ ਹੈਗੀ ਆ? ਉਹਦਾ ਇੱਕ ਰੀਜ਼ਨ ਹੈਗਾ ਕਿ ਜਿਸ ਤਰੀਕੇ ਦੇ ਨਾਲ ਇਹ, ਕਿਉਂਕਿ ਪਾਰਟੀ ਰਿਕਮੈਂਡ ਕਰਦੀ ਆ ਉੱਥੇ ਜਿਹੜਾ ਕੈਂਡੀਡੇਟ ਹੁੰਦਾ, ਉਹਦੇ ਵਿੱਚ ਵੀ ਗੁਰਦੁਆਰਾ ਜਿਹੜਾ ਹੈਗਾ ਇੱਕ ਬਹੁਤ ਵੱਡਾ ਇੰਪੋਰਟੈਂਟ ਰੋਲ ਪਲੇ ਕਰਦਾ। ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰਨਾ ਚਾਹੁੰਦਾ ਪਰਸਨਲ, ਕਿ ਮੈਂ ਇੱਕ ਸਿਟੀ ਦੇ ਵਿੱਚ ਗਿਆ, ਉੱਥੇ ਬਹੁਤ ਵਧੀਆ ਮੈਨੂੰ ਇੱਕ ਲੜਕਾ ਮਿਲਿਆ, ਮੈਨੂੰ ਬਾਅਦ ਚ ਦੱਸਿਆ ਗਿਆ ਕਿ ਇਹ MLA ਆ ਇੱਥੋਂ ਦੇ। ਮੈਂ ਕਿਹਾ ਜੀ ਬਹੁਤ ਵਧੀਆ। ਕਹਿੰਦੇ ਪਰ ਇਹਨਾਂ ਦੀ MLA ਤਾਂ ਬਣੇ ਆ ਕਿ ਇਹਨਾਂ ਨੂੰ ਪਹਿਲੋਂ ਇਹ ਹੁੰਦੇ ਸੀ ਇੱਥੋਂ ਦੇ ਬੋਰਨ ਵਾ, ਇੱਥੋਂ ਦੇ ਬ੍ਰੌਟ ਅਪ ਆ, ਇੱਥੇ ਹੀ ਪੜ੍ਹੇ ਹੈਗੇ ਆ, ਪਰ ਕੰਡੀਸ਼ਨ ਰੱਖੀ ਗਈ ਕਿ ਭਾਈ ਕਮਿਊਨਿਟੀ ਦੀ ਤੁਹਾਨੂੰ ਵੋਟ ਤਾਂ ਪਊਗੀ ਏਰੀਆ ਦੇ ਵਿੱਚ ਤੁਸੀਂ ਪੂਰੇ ਗੁਰਸਿੱਖ ਬਣੋਗੇ। ਉਹਨਾਂ ਦੀਆਂ ਚੋਣਾਂ ਦੇ ਵਿੱਚ ਵੀ ਪਹਿਲੇ ਸਮੇਂ ਦੇ ਵਿੱਚ ਇਸ ਕਿਸਮ ਦਾ ਪ੍ਰਚਾਰ, ਇਹ ਜਿਹੜੀ ਬਿਮਾਰੀ ਇੱਥੋਂ ਵਾਲੀ ਹੈਗੀ ਆ, ਧਰਮ ਵਾਲੀ, ਜਾਤ ਵਾਲੀ, ਇਹ ਸਾਰੀ ਉੱਥੇ ਵੀ ਪਹੁੰਚਣ ਡਈ ਆ। ਸਿਰਫ ਗੁਰਦੁਆਰਿਆਂ ਤੱਕ ਸੀਮਿਤ ਨਹੀਂ ਹੈਗੀ। ਇਹ ਪਿਛਲੇ ਇੱਕ ਉਹਦੇ ਵਿੱਚ ਖਾਸ ਕਰਕੇ ਕੈਲਗਰੀ ਦੇ ਵਿੱਚ ਇਲੈਕਸ਼ਨਸ ਹੋਈ ਸੀਗੀ, ਉੱਥੇ ਨੂੰ ਏਜੰਡਾ ਬਣਾਇਆ ਗਿਆ ਸੀ ਕਿ ਇੱਥੇ ਮਿਨੋਰਟੀ ਕਮਿਊਨਿਟੀ ਜਿਹੜੀ ਇੰਡੀਆ ਦੀ ਮਿਨੋਰਟੀ ਕਮਿਊਨਿਟੀ ਆ, ਉਹਦਾ ਵਿਅਕਤੀ ਲੜ ਰਿਹਾ ਵਾ, ਦੂਸਰੇ ਪਾਸੇ ਅਸੀਂ ਲੜ ਰਹੇ ਹਾਂ। ਇਹ ਲਾਸਟ ਮੌਕਾ ਹੈ ਇਸ ਵਾਰੀ ਜਾਂ ਕਦੀ ਵੀ ਨਹੀਂ, ਪਰ ਅਲਟੀਮੇਟਲੀ ਉਹ ਜਿਹੜਾ ਦੂਸਰਾ ਵਿਅਕਤੀ ਸੀ, ਲੋਕਾਂ ਨੇ ਰਜਿਸਟ ਕੀਤਾ। ਇੱਕ ਪੀੜ੍ਹੀ ਉਹ ਵੀ ਹੈਗੀ ਆ ਕਿ ਜਿਹਨੇ ਉਹਨਾਂ ਨੇ ਰਜਿਸਟ ਕੀਤਾ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਲੈਕਟੋਰਲ ਪੋਲਿਟਿਕਸ ਤੇ ਉਹਨਾਂ ਦੀ ਡਿਫਰੈਂਟ ਸੀ, ਪਰ ਕਿਉਂਕਿ ਸਾਡੇ ਲੋਕਾਂ ਦੀ ਸ਼ਮੂਲੀਅਤ ਵੱਧ ਗਈ, ਇਹਨਾਂ ਨੇ ਉਹੀ ਟੈਕਟਿਕਸ, ਇਹਨਾਂ ਨੇ ਉਹੀ ਜੋ ਦਾ ਪੇਚ ਵਾਲੀ ਗੱਲ ਸੀਗੀ, ਜਾਂ ਉਹੀ ਮੈਥਡੋਲੋਜੀ ਅਡਾਪਟ ਜਿਹੜੀ ਆ ਉੱਥੇ ਕਰਨੀ ਸ਼ੁਰੂ ਕਰ ਦਿੱਤੀ। ਚਾਹੇ ਉਹ ਮਿਊਨਿਸਪਲ ਕਮੇਟੀ ਦਾ ਕੰਮ ਹੈਗਾ, ਕਾਰਪੋਰੇਸ਼ਨ ਦਾ ਕੰਮ ਹੈਗਾ, ਚਾਹੇ ਦੂਸਰੀ ਇਲੈਕਟੋਰਲ ਜਿਹੜਾ ਪ੍ਰੋਸੈਸ ਵਾ ਉਹਦੇ ਵਿੱਚ ਉਹ ਹੈਗਾ। ਹਾਂ, ਇਹ ਜ਼ਰੂਰ ਹੈਗਾ, ਇਮੇਜ ਜ਼ਰੂਰ ਦਿੰਦੇ। ਜਿੱਦਾਂ ਹੁਣ ਖਾਸ ਕਰਕੇ 2-3 ਜਗ੍ਹਾ ਹੈਗੀ ਆ ਜਿੱਥੇ ਬਰੈਂਪਟਨ ਵਾਲਾ ਏਰੀਆ, ਸਰੀ ਵਾਲਾ ਏਰੀਆ ਹੈਗਾ, ਪਰ ਜ਼ਰੂਰੀ ਨਹੀਂ। ਤੁਸੀਂ ਦੇਖੋ ਵੀ ਸਰੀ ਦੇ ਵਿੱਚ ਅੱਜ ਤੱਕ ਜਿਹੜੀ ਸਭ ਤੋਂ ਨੇੜੇ ਦੀ ਗਵਰਨੈਂਸ ਹੈਗੀ ਲੋਕਾਂ ਦੀ, ਉਹ ਹੁੰਦਾ ਮੇਅਰ, ਉਹ ਹੁੰਦੀ ਉਹਨਾਂ ਦੀ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਆ। ਉਹਦੇ ਵਿੱਚ ਕਦੀ ਵੀ ਆਪਣਾ ਪੰਜਾਬੀ ਜਿਹੜਾ ਵਾ ਉਹਦਾ ਮੇਅਰ ਨਹੀਂ ਬਣ ਸਕਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਅਸਲੀ ਜਿਹੜਾ ਸਾਨੂੰ ਜਿਹਨੇ ਕੰਮ ਆਉਣਾ ਵਾ, ਜਾਂ ਜਿਹਦੀ ਕਮਿਟਮੈਂਟ ਹੈਗੀ ਆ, ਉਹ ਇਸ ਤਰੀਕੇ ਦੇ ਨਾਲ ਹੈ। ਸੋ ਹੌਲੀ ਹੌਲੀ ਚੀਜ਼ਾਂ ਅਨਫੋਲਡ ਹੋ ਰਹੀਆਂ, ਹੌਲੀ ਹੌਲੀ ਚੀਜ਼ਾਂ ਪਤਾ ਲੱਗ ਰਿਹਾ ਉਹਦੇ ਵਿੱਚੋਂ, ਔਰ ਆਪਣੇ ਲੋਕ ਜਿਹੜੇ ਉਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਉਹਦੇ ਵਿੱਚੋਂ ਰਜਿਸਟ ਕਰ ਰਿਹਾ। ਐਨਡੀਪੀ ਬੇਸਿਕਲੀ ਪ੍ਰੋਗਰੈਸਿਵ, ਤੇ ਇਹਦੇ ਵਿੱਚ ਇੰਡੀਆ ਦਾ ਜਿੰਨਾ ਵੀ ਲੈਫਟ ਉੱਥੇ ਗਿਆ ਵਾ, ਇਹ ਮੋਸਟਲੀ ਉਹਦਾ ਇਸ ਪਾਰਟੀ ਦਾ ਹਿੱਸਾ ਬਣਿਆ ਉਹਦੇ ਵਿੱਚ। ਤੀਸਰਾ ਸਵਾਲ ਤੁਹਾਡਾ ਸੀ ਸਰ ਰਿਲੇਸ਼ਨਸ ਦਾ। ਮੇਰਾ ਖਿਆਲ ਹੈ ਕਿ ਜਿਹੜਾ ਤੁਸੀਂ ਕਹਿੰਦੇ ਵੀ ਅਮਰੀਕਾ ਨੇ ਆਪਣਾ ਸਟੈਂਡ ਬਦਲਿਆ, ਇਹ ਟਰੈਕ ਟੂ ਡਿਪਲੋਮੇਸੀ ਦਾ ਹੀ ਹਿੱਸਾ ਵਾ। ਡੈਮੇਜ ਹੋ ਗਿਆ ਜਿੰਨਾ ਹੋਣਾ ਸੀਗਾ, ਇੰਡੀਆ ਨੂੰ ਬੈਕਫੁੱਟ ਤੇ ਲਿਆਂਦਾ ਗਿਆ ਜਿੰਨਾ ਕੋ ਨੇ ਆਉਣਾ ਸੀਗਾ। ਪਰ ਕੋਈ ਵੀ ਕੰਟਰੀ ਨਹੀਂ ਚਾਹਦਾ, ਚਾਹੇ ਕੈਨੇਡਾ ਹੈਗਾ, ਚਾਹੇ ਉਹ ਜਿਹੜਾ USA ਹੈਗਾ, ਚਾਹੇ ਆਸਟ੍ਰੇਲੀਆ, ਉਹ ਕਦੀ ਨਹੀਂ ਚਾਹਣਗੇ ਕਿ ਇਹਨੂੰ ਐਸਕਾਲੇਟ ਕੀਤਾ ਜਾਵੇ, ਕਿ ਇਹਨੂੰ ਹੋਰ ਵਧਾਇਆ ਜਾਵੇ। ਔਰ ਉਹਦੇ ਵਿੱਚ ਜਿਹੜਾ ਉਹਨਾਂ ਨੇ ਦਿੱਤਾ ਵਾ ਕਿ ਦੋਨਾਂ ਨੂੰ ਰਿਜ਼ੋਲਵ ਕਰਨਾ ਚਾਹੀਦਾ ਵਾ, ਉਹਦਾ ਜਿਹੜਾ ਹੈਗਾ ਆਪਣਾ ਉਹ ਹੈ ਡਿਪੈਂਡੈਂਸ ਹੈਗੀ ਆ ਕਿ ਇੰਡੀਆ, ਕਿਉਂਕਿ ਮਾਰਕੀਟ ਹੈ, ਜੇ ਆਪਾਂ ਅਮਰੀਕਨ ਪਰਸਪੈਕਟਿਵ ਤੋਂ ਦੇਖਣਾ ਚਾਹਵੇ ਤੇ ਬਹੁਤ ਵੱਡੀ ਮੰਡੀ ਆ। ਚਾਹੇ ਉਹ ਹਥਿਆਰਾਂ ਦਾ ਸੀ ਬਹੁਤ ਵੱਡਾ ਜਿਹੜਾ ਸਪਲਾਇਰ ਹੈਗਾ, 1947 ਤੋਂ ਲੈ ਕੇ ਹੁਣ ਤੱਕ ਅਮਰੀਕਾ ਸਾਡਾ ਬਿਗੇਸਟ ਟ੍ਰੇਡ ਪਾਰਟਨਰ ਹੈਗਾ, ਔਰ ਕੰਜ਼ਿਊਮਰ ਗੁਡਸ ਦਾ ਪਾਰਟਨਰ ਵੀ ਹੈਗਾ। ਉਹ ਕਦੀ ਵੀ ਇਸ ਮੰਡੀ ਨੂੰ ਜਿਹੜਾ ਹੈਗਾ ਵਾ ਉਹ ਗਵਾਉਣਾ ਨਹੀਂ ਚਾਹਣਗੇ। ਤਾਂ ਇਸ ਲਈ ਉਹਨਾਂ ਨੇ ਆਪਣਾ ਮੈਸੇਜ ਦੇ ਦਿੱਤਾ, ਡੈਮੇਜ ਜਿਹੜਾ ਸੀ ਕਰ ਦਿੱਤਾ, ਕਟਹਿਰੇ ਦੇ ਵਿੱਚ ਲਿਆ ਦਿੱਤਾ। ਵੈਸਟਰਨ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ, ਜਾਂ ਵੈਸਟਰਨ ਜਿਹੜੇ ਉੱਥੋਂ ਦੇ ਪੋਲੀਟੀਕਲ ਲੋਕ ਹੈਗੇ ਆ, ਉਹਦੇ ਵਿੱਚ ਡਾਊਟ ਪੈਦਾ ਕਰਕੇ ਤੁਸੀਂ ਕਿਸੇ ਨੂੰ ਗੱਲ ਕਹਿ ਦਿੰਦੇ ਤੇ ਉਹਦੇ ਵਿੱਚ ਕ੍ਰੈਡੀਬਿਲਿਟੀ ਹੁੰਦੀ ਸੀ। ਇੱਕ ਮੈਂ ਪ੍ਰੋਗਰਾਮ ਪਹਿਲੇ ਦਿਨ ਕਿਹਾ ਸੀ, ਜਦੋਂ ਕਹਿੰਦੇ ਕ੍ਰੈਡੀਬਲ ਐਵੀਡੈਂਸ ਆ, ਤੇ ਕ੍ਰੈਡੀਬਲ ਐਵੀਡੈਂਸ ਦੇ ਨਾਲ ਜਦੋਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੱਲ ਕਹਿਤੀ ਆ, ਘੱਟੋ ਘੱਟ ਮੈਂ ਤੇ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਆ, ਕਿਉਂਕਿ ਉਹਨਾਂ ਦੀ ਪੋਲਿਟਿਕਸ, ਉਹਨਾਂ ਦੇ ਲੋਕ ਸਾਡੇ ਪੋਲੀਟੀਕਲ ਲੀਡਰ ਵਾਲੇ ਵਰਗੇ ਨਹੀਂ ਹੈਗੇ। ਨਹੀਂ ਤਾਂ ਟਰੂਡੋ ਦਾ ਫਿਊਚਰ ਪੋਲੀਟੀਕਲ ਕੈਰੀਅਰ, ਜੇ ਉਹਦੇ ਵਿੱਚ ਥੋੜਾ ਵੀ ਡਾਊਟ ਹੁੰਦਾ ਤੇ ਮੇਰੇ ਖਿਆਲ ਆਉਣ ਵਾਲੇ ਦੇ ਸਮੇਂ ਦੇ ਵਿੱਚ ਸਦਾ ਵਾਸਤੇ ਹੀ ਬਲੌਕ ਜਿਹੜਾ ਉਹ ਹੋ ਜਾਂਦਾ। ਐਡਵਰਸ ਇਫੈਕਟ ਬਹੁਤ ਪੈ ਰਿਹਾ, ਖਾਸ ਕਰਕੇ ਕਮਿਊਨਿਟੀ ਦੇ ਉੱਤੇ, ਪੰਜਾਬੀ ਭਾਈਚਾਰੇ ਦੇ ਉੱਤੇ। ਹੈ ਤਾਂ ਸਾਰਾ ਹਿੰਦੁਸਤਾਨ ਭਾਈਚਾਰਾ ਹੀ ਹੈਗਾ, ਪਰ ਕਿਉਂਕਿ ਸਿੱਧੇ ਤੌਰ ਤੇ ਅਸੀਂ ਇਫੈਕਟਡ ਹੈਗੇ ਆ,
ਤੋ ਇਸ ਕਰਕੇ ਇਹਦਾ ਜਿਹੜਾ ਰਿਐਕਸ਼ਨ ਇਹ ਵੀ ਜਿਹੜਾ ਹੈਗਾ ਕਮਿਊਨਿਟੀ ਵੱਲੋਂ ਹੋਊਗਾ, ਔਰ ਉਹਦਾ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਦੇ ਉੱਤੇ ਵੀ ਜਿਹੜਾ ਅਸਰ ਪੈਣ ਦੀ ਪੂਰੀ ਸੰਭਾਵਨਾ। ਨਹੀਂ, ਇੱਕ ਨਾਲ ਹੀ ਸਵਾਲ ਲੈ ਲਿਓ, ਇਕੱਠਾ ਹੀ ਕਰ ਦਿਓ। ਨਹੀਂ, ਮੈਂ ਪੈਸਾ ਨੂੰ ਸਵਾਲ ਕਰਨ ਲੱਗੇ ਥੋੜਾ ਜਿਹਾ। ਜੀ ਤੁਸੀਂ ਮੈਨੂੰ ਬਾਅਦ ਪੁੱਛ ਲਿਓ। ਠੀਕ ਹੈ। ਇਹ ਜਿਹੜਾ ਕੰਟੀਨਿਊ ਕਰ ਰਹੇ ਸੀ ਨਾ, ਸਭ ਹਿੰਦੂ ਪਾਪੂਲੇਸ਼ਨ ਸਿੱਖਾਂ ਤੋਂ ਜ਼ਿਆਦਾ ਹੈ ਕੈਨੇਡਾ ਦੇ ਵਿੱਚ। ਇਹ ਸਿੱਖਾਂ ਦੇ ਬਾਰੇ ਹੀ ਕਿਉਂ ਗੱਲ ਕੀਤੀ ਜਾ ਰਹੀ ਹੈ ਕਿ ਇਹ ਪੋਲੀਟੀਕਲ ਕੰਸਟੀਚੁਐਂਸੀ ਹੈ, ਇਹ ਹਿੰਦੂਆਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਇਹ ਮੇਰੇ ਪੱਲੇ ਨਹੀਂ ਪੈ ਰਹੀ ਲਗਾਤਾਰ। ਸਰ ਐਕਟਿਵ ਜਿਹੜੇ ਲੋਕ ਹੈ ਨਾ, ਦੇਖੋ ਮੋਸਟਲੀ ਕੀ ਹੁੰਦੇ ਆ ਕਿ ਇਹ ਵੀ ਇੱਕ ਹੋਰ ਗੱਲ ਕਰਨ ਵਾਲੀ ਆ ਕਿ ਮੋਸਟਲੀ ਹਿੰਦੂ ਪਾਪੂਲੇਸ਼ਨ ਸਦਰਨ ਸਟੇਟਸ ਦੇ ਵਿੱਚੋਂ ਆ, ਪ੍ਰੋਫੈਸ਼ਨਲ ਆ, ਟੈਕਨੋਕ੍ਰੇਟਸ ਆ। ਇਹ ਨਹੀਂ ਕਿ ਹਿੰਦੂ ਉਹਨਾਂ ਦੇ ਉਹਦੇ ਵਿੱਚ ਨਹੀਂ ਹੈਗੇ, ਪਰ ਸਾਡੇ ਖਾਸ ਕਰਕੇ ਜਿੱਦਾਂ ਦਾ ਸਾਡਾ ਸੁਭਾਅ ਆ, ਜਿੱਦਾਂ ਦਾ ਸਾਡਾ ਕਲਚਰ ਆ, ਜਿੱਦਾਂ ਸਾਨੂੰ ਲੱਗਦਾ ਕਿ ਰਾਜਨੀਤੀ ਦੇ ਵਿੱਚ ਸਾਨੂੰ ਪ੍ਰੋਮੀਨੈਂਸ ਮਿਲਦੀ ਆ, ਅਸੀਂ ਉਹ 'ਚ ਇੰਟਰਵੀਨ ਕਰਦੇ ਆ ਤੇ ਅਸੀਂ ਉਹ ਹੋ ਜਾਂਦੇ ਆ। ਇਹ ਫਰਕ ਹੈਗਾ। ਇਹ ਨਹੀਂ ਕਿ ਸਿੱਖਾਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਨਾ। ਜੇ ਇਹ ਜਰਾ ਵਿਜ਼ੀਬਲ ਹੈ ਤੇ ਸਿੱਖਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਮੈਂ ਤਾਂ ਇਹ ਨਹੀਂ ਸਮਝ ਆਉਂਦੀ ਉਹਨਾਂ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ। ਨਹੀਂ, ਬਦਨਾਮ ਸਰ ਇਹ ਉਹ ਬਦਨਾਮ ਜਿਹੜਾ ਬਦਨਾਮ ਵਾਲੀ ਆਪਾਂ ਗੱਲ ਕਰਦੇ ਆ, ਇਸ ਕੋਸ਼ਿਸ਼ ਦੇ ਵਿੱਚੋਂ ਕੋਸ਼ਿਸ਼ ਕਰ ਰਹੇ, ਇਹ ਨਹੀਂ ਵੀ ਬਦਨਾਮ ਹੋ ਰਹੇ ਆ। ਉਹਨਾਂ ਦੀ ਰੈਕਗਨੀਸ਼ਨ, ਕਿਉਂਕਿ ਸਭ ਤੋਂ ਪਹਿਲਾਂ ਜੇ ਕੈਨੇਡੀਅਨ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ ਜਿਹੜੀ 1904 ਤੋਂ ਬਾਅਦ ਲੈ ਕੇ ਇਹ ਉਹਨਾਂ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਕਿੰਨਾ ਕੰਟਰੀਬਿਊਟ ਕੀਤਾ, ਪਰ ਕਿਉਂਕਿ ਏਜੰਡਾ ਕਿਤੇ ਹੋਰ ਸੈੱਟ ਹੋ ਰਿਹਾ, ਹੋ ਸਕਦਾ ਏਜੰਡਾ ਇੱਥੋਂ ਸੈੱਟ ਕੀਤਾ ਜਾ ਰਿਹਾ, ਇਸ ਏਜੰਡੇ ਸੈੱਟ ਕਰਨ ਦੇ ਵਿੱਚ ਫਿਰ ਉਹ ਤਾਂ ਨਹੀਂ ਨਾ ਆਉਂਦੇ। ਅਦਰ ਕਿਹਨੂੰ ਬਣਾਉਣਾ ਹੈ? ਅਦਰ ਤਾਂ ਫਿਰ ਇਹੀ ਬਣ ਸਕਦੇ। ਚਲੋ ਸਰਦਾਰ ਜਗਤਾਰ ਸਿੰਘ ਜੀ, ਗੱਲ ਜਿਹੜੇ ਮੈਂ ਇੱਕ ਪੁੱਛਣਾ ਚਾਹੁੰਦਾ ਸੀ ਕਿ ਉਹੀ ਉਹਦੇ ਨਾਲ ਜੁੜੀ ਹੋਈ ਗੱਲ ਹੈ ਕਿ ਹਾਲਾਂਕਿ ਉੱਥੋਂ ਦਾ ਲੀਡਰ ਤਾਂ ਤੁਰੰਤ ਕਾਊਂਟਰ ਕਰਦੇ ਨੇ, ਜਿਵੇਂ ਜਗਮੀਤ ਸਿੰਘ ਨੇ ਇੱਕ ਕਾਊਂਟਰ ਕਰਤਾ ਕਿ ਹਿੰਦੂਆਂ ਦਾ ਘਰ ਹੈ, ਇੱਥੇ ਪੂਰੀ ਤਰ੍ਹਾਂ ਸੁਰੱਖਿਅਤ ਹੈ, ਸਾਡੀ ਜਿਹੜਾ ਪੋਲੀਟੀਕਲ ਹਰਿਆਰਕੀ ਹੈ ਪਲੱਸ ਗਵਰਨਮੈਂਟ ਹੈ ਉਹ ਪੂਰੀ ਤਰ੍ਹਾਂ ਮਤਲਬ ਇਸ ਗੱਲ ਪ੍ਰਤੀ ਦਿਆਲੂ ਰੁਖ ਅਖਤਿਆਰ ਕਰਦੀ ਹੈ ਆਪਣੇ ਨਾਗਰਿਕਾਂ ਪ੍ਰਤੀ, ਜਾਂ ਜਿਹੜੇ ਵੀ ਬੰਦੇ ਆਉਂਦੇ ਨੇ ਉਹਨਾਂ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ। ਤੇ ਉੱਥੇ ਹਿੰਦੂ ਸਿੱਖ ਬਣਾ ਕੇ ਤਾਂ ਮੇਰਾ ਖਿਆਲ ਹੈ ਕੋਈ ਬਾਹਲਾ ਪੱਛਮੀ ਪੋਲੀਟਿਕਸ ਨੂੰ ਫਰਕ ਪੈਣਾ ਨਹੀਂ ਹੈ, ਕਿਉਂਕਿ ਉੱਥੇ ਕਿੰਨਾ ਕੁ ਫਰਕ ਪੈਣਾ ਜਿੰਨੀ ਕੁ ਆਬਾਦੀ ਆ ਉਹਦੇ ਲਿਹਾਜ਼ ਨਾਲ ਵੀ, ਤੇ ਬਾਕੀ ਉਹਨਾਂ ਦਾ ਕਲਚਰ ਜਾਂ ਜਿਸ ਲੈਵਲ ਦਾ ਮਲਟੀ ਕਲਚਰਲ ਕੰਟਰੀ ਹੈ ਕੈਨੇਡਾ, ਸਭ ਤੋਂ ਜ਼ਿਆਦਾ ਜੇਕਰ ਇਸੇ ਲਈ ਉਹਨੂੰ ਮਾਨਤਾ ਦਿੰਦੇ ਨੇ ਲੋਕ ਕਿ ਉੱਥੇ ਕੋਈ ਪੁੱਛਦਾ ਹੀ ਨਹੀਂ ਹੈ ਕਿ ਤੇਰੀ ਜਾਤ, ਤੇਰਾ ਰਿਲੀਜਨ, ਤੇਰਾ ਫਲਾਨਾ। ਪਰ ਉਹ ਸਾਡੇ ਅਸਰ ਪੈ ਰਿਹਾ ਲਗਾਤਾਰ। ਸਾਡੇ ਕਿਉਂ ਨਹੀਂ ਕੋਈ ਕਾਊਂਟਰ ਕਰਦਾ ਉਹਨੂੰ ਲਗਾਤਾਰ? ਇਹਦਾ ਮਤਲਬ ਇਹੀ ਹੈ ਕਿ ਲਗਾਤਾਰ ਇੱਥੇ ਦਾ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ, ਇੱਥੋਂ ਦਾ ਤੁਸੀਂ ਇੱਕ ਗਵਰਨਮੈਂਟ ਆਫ ਇੰਡੀਆ ਦੇਖੋ, ਘੱਟੋ ਘੱਟ ਉਹਨੂੰ ਤਾਂ ਇਹ ਕਹਿਣਾ ਚਾਹੀਦਾ ਜੇ ਉਹ ਇੰਡੀਅਨ ਨੇ, ਮਤਲਬ ਉੱਥੇ ਇੱਕ ਧਿਰ ਨੂੰ ਆਈਸੋਲੇਟ ਕਰਕੇ ਤੇ ਬਾਕੀਆਂ ਨੂੰ ਉਹਨਾਂ ਨੇ ਕਿਹਾ। ਸਾਡੇ ਵਿਦੇਸ਼ ਮੰਤਰਾਲੇ ਦੇ ਜਿਹੜੇ ਸਪੋਕਸਪਰਸਨ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨੇ ਕਿਹਾ ਕਿ ਅਸੀਂ 20 ਤੋਂ ਵੱਧ ਸਾਡੇ ਲੋਕਾਂ ਦੀ ਇੰਡੀਵਿਜੂਅਲਸ ਦੀ ਉਹ ਦੇ ਚੁੱਕੇ ਆ ਕਿ ਇਹ ਸਾਡਾ ਇੱਥੇ ਬੈਠ ਕੇ ਖਰਾਬ ਕਰਦੇ ਨੇ ਸਾਡੇ ਕੰਟਰੀ ਨੂੰ ਤੇ ਭੜਕਾਉਂਦੇ ਨੇ। ਹਾਲਾਂਕਿ ਉੱਥੇ ਬੈਠਾ ਕੋਈ ਇੱਥੇ ਕਿੰਨਾ ਭੜਕਾ ਸਕਦਾ, ਕੀ ਕਰ ਸਕਦਾ, ਕੀ ਗਰਾਊਂਡ ਤੋਂ ਬਿਨਾਂ, ਮਤਲਬ ਜੇ ਇੱਥੇ ਕੋਈ ਗਰਾਊਂਡ ਨਹੀਂ ਹੋਏਗੀ, ਕੱਲੀ ਬਾਹਰਲੀ ਚੀਜ਼ ਆਪਣੇ ਆਪ ਦੇ ਵਿੱਚ ਸਫੀਸ਼ੀਐਂਟ ਹੁੰਦੀ ਹੈ ਇਹੋ ਜਿਹੇ ਚੀਜ਼ਾਂ ਦੇ ਲਈ, ਇਹੋ ਜਿਹੇ ਮੂਵਮੈਂਟਾਂ ਦੇ ਲਈ ਜਾਂ ਬਾਕੀ ਦੀਆਂ ਚੀਜ਼ਾਂ ਦੇ ਵਾਸਤੇ, ਜਾਂ ਗਰਾਊਂਡ ਤਾਂ ਇੱਥੇ ਪਹਿਲਾਂ ਹੀ ਪਈ ਹੈ। ਤੇ ਉਹਦੇ ਲਈ ਸਾਡਾ 2024 ਉਡੀਕ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਉਹ ਹਿੰਦੂ ਸਿੱਖ ਇੱਥੇ ਬਣ ਜੇ। ਇਹਦੀ ਕੋਈ ਉਮੀਦ ਲਾ ਕੇ ਬੈਠੇ ਜਿਹੜੀ ਇੱਕ ਡਿਜ਼ਾਈਨ ਕਿਸੇ ਤਰ੍ਹਾਂ ਹੋ ਸਕਦਾ, ਉੱਥੇ ਤਾਂ ਡੈਮੇਜ ਨਹੀਂ ਹੋਏਗਾ, ਡੈਮੇਜ ਤਾਂ ਇੱਥੇ ਹੀ ਹੋਣਾ ਨਾ ਉਸ ਮਾਮਲੇ 'ਚ। ਇੱਥੇ ਕਾਰਨ ਇਹ ਹੈ ਕਿ ਜਿਹੜੀ ਤੁਹਾਡੀ ਉਸ ਵੇਲੇ ਦੀ ਸੰਘਰਸ਼ ਚੱਲਿਆ ਸੀ 1978 ਤੋਂ ਮੈਂ ਲੈਣਾ ਹੁੰਦਾ 80 ਤੋਂ ਤਾਂ ਐਕਚੁਅਲੀ ਵਾਇਲੈਂਸ ਸ਼ੁਰੂ ਹੁੰਦੀ ਹੈ। ਸਿੱਖ ਨਿਰੰਕਾਰੀ ਕਲੈਸ਼ ਉਹਦੀ ਜੜ ਦੇ ਵਿੱਚ ਸੀ ਜਦੋਂ ਉਹ ਸਾਰੀ ਸਿਆਸਤ ਇੱਕ ਨਵੇਂ ਰੂਪ ਸਾਹਮਣੇ ਆਉਣੀ ਸ਼ੁਰੂ ਹੋਈ। ਇਹ ਸਿਆਸੀ ਸਟਰਗਲ ਸੀਗੀ ਸ਼ੁਰੂ ਦੇ ਵਿੱਚ ਵੀ ਤੇ ਬਾਅਦ ਦੇ ਵਿੱਚ ਵੀ ਬੇਸਿਕਲੀ, ਤੇ ਖਾਲਿਸਤਾਨ ਦਾ ਰੂਪ ਲੈ ਗਈ। ਉਹ ਖਤਮ ਤਾਂ ਹੋਈ ਨਹੀਂ, ਫੇਜ਼ ਆਊਟ ਹੋ ਗਈ, ਹਾਈਬਰਨੇਟ ਹੋ ਗਈ, ਤੇ ਉਹਦੇ ਬੀਜ ਤਾਂ ਪਏ ਸੀਗੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਬੂਟਾ ਸਮੇਂ-ਸਮੇਂ ਤੇ ਉਹ ਪੈਂਦਾ ਜਦੋਂ ਉਹਨੂੰ ਉਹੋ ਜਿਹਾ ਮਾਹੌਲ ਮਿਲਦਾ ਹੈ, ਹਵਾ ਮਿਲਦੀ ਹੈ, ਤੇ ਉਹ ਇਸ਼ੂ ਸਾਹਮਣੇ ਆ ਜਾਂਦੇ ਹੈ। ਉਹ ਇਸ਼ੂ ਉਸ ਸਟਰਗਲ ਦੇ ਜਿਉਂਦੇ ਤਿਉਂ ਖੜੇ ਹੈ। ਸੋ ਇਸ ਕਰਕੇ ਉਹਦੀ ਫਾਲ ਆਊਟ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਸੋ ਕਾਲਡ ਜਾਂ ਮੂਵਮੈਂਟ ਕਹਿ ਲਓ, ਉਹ ਬਾਹਰ ਫੈਲ ਗਈ। ਇਸ ਤਰ੍ਹਾਂ ਸਟੇਟ ਰਿਪਰੈਸ਼ਨ ਵੀ ਇੰਨਾ ਹੋਇਆ ਸੀਗਾ ਕਿ ਕਿਸੇ ਦੀ ਹੁਣ ਹਿੰਮਤ ਨਹੀਂ ਕਿ ਮੁੜ ਕੇ ਨਾਂ ਵੀ ਲੈ ਲੇ।
2-3 ਸਾਲ ਪਹਿਲਾਂ ਟਾਈਮਸ ਆਫ ਇੰਡੀਆ ਦੇ ਵਿੱਚ ਖਬਰ ਛਪੀ ਸੀ ਇੱਕ, ਕਿ ਸਭ ਤੋਂ ਡਰੇ ਹੋਏ ਲੋਕ ਕਿਸ ਏਰੀਏ ਦੇ ਵਿੱਚ ਹੈ। ਉਹਦੇ ਚ ਪੰਜਾਬ ਨੰਬਰ 1 ਆਇਆ ਸੀਗਾ। ਇਹ ਵੀ ਸਰਵੇ ਹੋਇਆ ਹੋਇਆ, ਪੈਸਾ ਉਹਨੂੰ ਸ਼ਾਇਦ ਯਾਦ ਹੋਵੇ ਯੂਨੀਵਰਸਿਟੀਆਂ ਕੋਲ, ਮੈਂ ਖਬਰ ਦੇ ਦਿੰਦਾ ਕੱਢ ਕੇ। ਮੈਂ ਆਪਣੀ ਕਿਤਾਬ ਦੇ ਦੂਜੇ ਚ ਕੋਟ ਕੀਤੇ ਫਿਗਰ ਉਹ ਸਾਰੀ। ਤੇ ਮੈਨੂੰ ਯਾਦ ਹੈ 1997 ਦੀ ਸਰਕਾਰ ਬਣਨ ਤੋਂ ਬਾਅਦ ਇੱਕ ਅਕਾਲੀ ਲੀਡਰ ਕਿਤੇ ਗਿਆ ਮਾਲਵੇ ਦੇ ਵਿੱਚ, ਮਿਨਿਸਟਰ, ਉਹ ਆ ਕੇ ਸ਼ੇਅਰ ਕਰਦਾ, ਕਹਿੰਦਾ ਯਾਰ ਮਾਝੇ ਵਾਲੇ ਲੋਕ ਤਾਂ ਬਹੁਤ ਹੀ ਡਰੇ ਹੋਏ, ਸਿੱਖੋ ਤਾਂ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ। ਸਟੇਟ ਰਿਪਰੈਸ਼ਨ ਇੰਨਾ ਜ਼ਿਆਦਾ ਹੋਇਆ ਸੀਗਾ, ਜਦੋਂ ਲੋਕ ਫੜ ਕੇ ਮਾਰਤੇ ਫੇਕ ਐਨਕਾਊਂਟਰ ਦੇ ਵਿੱਚ, ਮਤਲਬ ਲੋਕਾਂ ਨੂੰ ਫੜ ਕੇ ਥਾਣੇ ਚ ਅੰਦਰ ਕਰਤਾ, ਬਹੁਤ ਕੁਝ ਹੋਇਆ। ਸਾਰਾ ਕੁਝ ਰਿਪੀਟ ਕਰਨ ਦੀ ਲੋੜ ਨਹੀਂ ਗਈ। ਸੋ ਇੱਕ ਡਰ ਦਾ ਮਾਹੌਲ ਵੀ ਇੱਥੇ ਲਗਾਤਾਰ ਬਣਿਆ ਹੋਇਆ ਸੀਗਾ, ਉਹਦੇ ਕਰਕੇ ਇਹ ਦਬ ਗਈ ਮੂਵਮੈਂਟ। ਦਬਣਾ ਹੋਰ ਗੱਲ ਹੁੰਦੀ ਹੈ, ਖਤਮ ਹੋਣਾ ਹੋਰ ਗੱਲ ਹੁੰਦੀ ਹੈ। ਸੋ ਇਹ ਫਰਕ ਹੈ। ਸੋ ਇਸ ਕਰਕੇ ਜਿਹੜੇ ਲੋਕ ਉਸ ਦੌਰ ਦੇ ਵਿੱਚ ਉਸ ਰਿਪਰੈਸ਼ਨ ਨੂੰ ਐਸਕੇਪ ਕਰ ਗਏ, ਬਾਹਰ ਜਾ ਕੇ ਵਸ ਗਏ, ਉਹਨਾਂ ਨੇ ਨੈਰੇਟਿਵ ਕਾਇਮ ਰੱਖਿਆ। ਪਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਹੁਣ ਇੱਕ ਸਟੇਟਮੈਂਟ ਦੇ ਦਿੰਦਾ ਪੰਨੂ ਵੀ ਹਿੰਦੂ ਕੈਨੇਡਾ ਛੱਡ ਕੇ ਚਲੇ ਜਾਓ। ਇਹ ਹੋ ਇਸ ਪੰਨੂ ਬੇਸਿਕਲੀ ਕਿ ਉਹਦੇ ਖਿਲਾਫ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਇਹਦੇ ਬਾਰੇ ਕੋਈ ਕੇਸ ਦਰਜ ਹੋਇਆ? ਇਹ ਠੀਕ ਹੈ ਕਿ ਜਗਮੀਤ ਸਿੰਘ ਹੋਰਾਂ ਦੀ ਬਹੁਤ ਵਧੀਆ ਸਟੇਟਮੈਂਟ ਆਈ ਹੈ ਕਿ ਸਾਡੇ ਵਾਸਤੇ ਸਾਰੇ ਬਰਾਬਰ ਹੈ, ਲੇਕਿਨ ਮੈਂ ਲੀਗਲ ਸਿਸਟਮ ਦੀ ਗੱਲ ਕਰਨ ਲੱਗਿਆ ਕਿ ਉਹਨਾਂ ਦਾ ਲੀਗਲ ਸਿਸਟਮ ਤੋਂ ਸਾਡੇ ਲੀਗਲ ਸਿਸਟਮ ਦਾ ਫਰਕ ਹੈ। ਬਿਲਕੁਲ ਫਰਕ ਹੈਗਾ। ਕੱਲ ਸਿਰਫ ਲੀਗਲ ਸਿਸਟਮ ਦਾ ਫਰਕ ਹੀ ਨਹੀਂ ਹੈ, ਸਾਡੀ ਜਿਹੜੀ ਮੈਂਟਲ ਮੇਕਅਪ, ਅਸੀਂ ਤਾਂ ਅੱਜ ਵੀ ਕਲੋਨੀਅਲ ਹੈ। ਸਾਡੀ ਥਾਟ ਪ੍ਰੋਸੈਸ ਉਹ ਹਜੇ ਗੁਲਾਮੀਅਤ ਦਾ ਅਹਿਸਾਸ ਤਾਂ ਜ਼ਮੀਰ ਤਾਂ ਗਈ ਨਹੀਂ। ਅਸੀਂ ਹਰ ਗੱਲ ਉਸ ਕਲੋਨੀਅਲ ਬੈਂਟ ਆਫ ਮਾਈਂਡ ਤੋਂ ਸੋਚਦੇ। ਸਾਡਾ ਫਰੇਮਵਰਕ ਹੀ ਹੁਣ ਤੱਕ ਕਲੋਨੀਅਲ ਹੈ। ਉਹਨਾਂ ਨੇ, ਲੋਕਾਂ ਨੇ ਸਾਡੇ ਤੇ ਰਾਜ ਕੀਤਾ ਹੋਇਆ। ਉਹਨਾਂ ਦਾ ਜਿਹੜੀ ਮੈਚੋਰਿਟੀ ਹੈ ਸਿਸਟਮ ਦੀ, ਉਹ ਬਹੁਤ ਹੋਰ ਤਰ੍ਹਾਂ ਦੀ ਹੈ। ਸੋ ਉਹ ਜਦੋਂ ਦੋਵੇਂ ਗੱਲਾਂ ਕੰਪੇਅਰ ਕਰਦੇ, ਅਸੀਂ ਇੱਕ ਛੋਟੀ ਜਿਹੀ ਗੱਲ ਨੂੰ ਇੱਥੇ ਬਹੁਤ ਇੰਪੋਰਟੈਂਸ ਦੇ ਦਿੰਦੇ ਹਾਂ, ਉਹਨਾਂ ਸਿਸਟਮ ਨਹੀਂ ਦੇ ਰਿਹਾ। ਇੱਕ ਗੱਲ ਹੋਰ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਮੇਰੇ ਹੁਣ ਵੀ ਸਮਝ ਨਹੀਂ ਆ ਰਹੀ। ਅਸੀਂ ਗੁਰਪਤਵੰਤ ਸਿੰਘ ਪੰਨੂ ਨੂੰ ਇੰਨੀ ਇੰਪੋਰਟੈਂਸ ਦੇਤੀ ਕਿ ਗੌਰਮੈਂਟ ਆਫ ਇੰਡੀਆ ਨੇ ਉਹਦੀ ਹੁਣ ਤੱਕ ਐਕਸਟ੍ਰਾਡੀਸ਼ਨ ਸੀਕ ਕੀਤੀ ਹੈ? ਜੇ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ? ਸਰਕਾਰ ਜਵਾਬ ਦੇਵੇ ਨਾ ਇਸ ਗੱਲ ਦਾ। ਸੋ ਇਹ ਗੱਲਾਂ ਬੜੀਆਂ ਸਾਹਮਣੇ ਸਿੱਧੀਆਂ ਖੜੀਆਂ ਹੈ, ਬਸ ਇੱਕ ਲਗਾਤਾਰ ਇੱਕ ਹਾਈਪ ਬਿਲਡ ਕਰੀ ਜਾਣੀ। ਹਰਦੀਪ ਸਿੰਘ ਨਿੱਜਰ ਦੇ ਬਾਰੇ ਇੰਨਾ ਕੁਛ ਕਹਤਾ ਵੀ ਅਸੀਂ 20 ਲਿਸਟ ਦਿੱਤੀ ਹੈ ਜੀ ਇੰਨੇ ਬੰਦਿਆਂ ਦੀ, ਕਿ ਗੁਰਪਤਵੰਤ ਸਿੰਘ ਪੰਨੂ ਦੀ ਐਕਸਟ੍ਰਾਡੀਸ਼ਨ ਸੀਕ ਕੀਤੀ ਹੈ। ਸਰਕਾਰ ਇਹਦਾ ਗੱਲ ਦਾ ਜਵਾਬ ਦੇਵੇ ਕੀਤੀ ਹੈ ਕਿ ਨਹੀਂ। ਗੱਲ ਸਪਸ਼ਟ ਹੋ ਜਾਂਦੀ ਹੈ। ਜੇ ਇੰਨਾ ਵੱਡਾ ਲੀਡਰ ਸੀ, ਪ੍ਰਵੋਕ ਕਰ ਰਿਹਾ ਹੈ, ਤੁਸੀਂ ਖਾਲਿਸਤਾਨ ਦਾ ਐਡਾ ਵੱਡਾ ਲੀਡਰ ਬਣਾਤਾ, ਤੇ ਫਿਰ ਦੱਸੋ ਕੰਕਰੀਟ ਤੁਸੀਂ ਕਰ ਕੀ ਰਹੇ ਹੋ ਜੀ? ਦੇਖੋ, ਹਾਂ ਤੁਸੀਂ ਕਰ ਲਓ। ਜੇਕਰ ਆਪਾਂ ਗੱਲ ਕਰਦੇ ਹਾਂ ਇੱਥੇ ਡੋਮੈਸਟਿਕ ਪੋਲਿਟਿਕਸ ਦੀ, ਓਵਰਆਲ ਕੰਟਰੀ 'ਚ ਤੇ ਪੰਜਾਬ ਦੀ ਪੋਲਿਟਿਕਸ, ਇਹ ਸਾਰੇ ਮੁੱਦੇ ਦੇ ਉੱਤੇ ਕੀ ਤੁਹਾਨੂੰ ਲੱਗਿਆ ਕਿ ਅਸੀਂ ਮੈਚੁਰ ਤਰੀਕੇ ਨਾਲ, ਕੋਈ ਸਾਡੀ ਕਿਸੇ ਪਾਰਟੀ ਨੇ, ਗਵਰਨਮੈਂਟ ਨੇ, ਸਟੇਟ ਗਵਰਨਮੈਂਟ ਤਾਂ ਬੋਲੀ ਹੋ ਨਹੀਂ, ਖੈਰ ਅਜੇ ਤੱਕ ਕੋਈ ਬਿਆਨ ਹੀ ਨਹੀਂ ਆਇਆ, ਤੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਾਰਮਲੀ ਇਹ ਹੁੰਦਾ, ਅਸੀਂ ਇਹ ਕਹਿੰਦੇ ਆ ਕਿ ਜਿਹੜੇ ਬੰਦੇ ਪੰਜਾਬ 'ਚੋਂ ਗਏ ਨੇ ਨਾ, ਉਹ ਪੰਜਾਬ ਪ੍ਰਤੀ ਦੇਖਦੇ ਹੁੰਦੇ ਨੇ। ਜੇ ਉੱਥੇ ਕੋਈ ਘਟਨਾਵਾਂ ਇਹੋ ਜਿਹੀਆਂ ਖਾਮੀਆਂ ਵਾਪਰਦੀਆਂ ਨੇ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਇੱਥੋਂ ਕੋਈ ਠੰਡੀ ਹਵਾ ਆਊਗੀ, ਕੋਈ ਇਹੋ ਜਿਹੀ ਜ਼ਰੂਰ ਰਾਏ ਆਊਗੀ ਜਿਹੜੀ ਉਹਨੂੰ ਠੀਕ ਕਰਨ ਦੇ ਵਿੱਚ ਰੋਲ ਪੈਦਾ ਕਰੇ, ਯੋਗਦਾਨ ਪਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜਿਹੋ ਜਿਹਾ ਖਲਾ ਸਾਡੀ ਪੋਲਿਟਿਕਸ 'ਚ ਪੰਜਾਬ ਦੇ ਵਿੱਚ ਹੈਗਾ, ਪੋਲੀਟੀਕਲ ਮੈਚੁਰਿਟੀ ਦਾ, ਆਈਡੀਓਲੋਜੀ ਦਾ, ਜਾਂ ਵੱਖ-ਵੱਖ ਟਾਈਪ ਦਾ। 5 ਦਿਨ ਦਾ ਪਾਰਲੀਮੈਂਟ ਸੈਸ਼ਨ ਚੱਲ ਗਿਆ ਸਾਡੇ। ਜੋ ਮਰਜ਼ੀ ਕਹੀਏ ਜਾਈਏ, ਅਸੀਂ ਇੱਕ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਤੋਂ ਪ੍ਰੈਸ ਕਾਨਫਰੰਸ ਕਰਾ ਕੇ ਇਕੱਲਾ ਉਹਨੇ ਨਾਲ ਤਾਂ ਨਹੀਂ ਕੰਮ ਚੱਲਦਾ। ਪੋਲੀਟੀਕਲ ਲੀਡਰਸ਼ਿਪ ਕਿੱਥੇ ਹੈ ਸਾਡੇ ਕੰਟਰੀ ਦੀ, ਓਵਰਆਲ ਕੰਟਰੀ ਦੀ ਔਰ ਪੰਜਾਬ ਦੀ? ਕੀ ਇਹ ਰਿਐਕਸ਼ਨ ਜਿਹੋ ਜਿਹਾ ਅਸੀਂ ਦੇ ਰਹੇ ਹਾਂ, ਠੰਡਾ ਦੁੱਧਾ ਜਿਹਾ ਜਾਈ, ਇਹ ਕਾਫੀ ਹੈ ਐਡੇ ਵੱਡੇ ਮਾਮਲੇ ਦੇ ਉੱਤੇ? ਕਿਉਂਕਿ ਇਹਨਾਂ ਨੂੰ ਵੀ ਤਾਂ ਆਪਣੇ ਸਿਟੀਜ਼ਨ ਦਾ, ਆਪਣੇ ਨਾਗਰਿਕਾਂ ਦਾ, ਉੱਥੇ ਬਹੁਤ ਨੇ ਜਿਹੜੇ ਅਜੇ ਸਾਡੇ ਨਾਗਰਿਕ ਹੀ ਨੇ, ਉੱਥੇ ਕੈਨੇਡੀਅਨ ਨਾਗਰਿਕ ਨਹੀਂ ਬਣੇ। ਉਹਨਾਂ ਦੇ ਤਾਂ ਤੁਸੀਂ ਲਾਤਾ ਇੱਕ ਲੈਵਲ ਦਾ ਕਿ ਕੈਨੇਡੀਅਨ ਨਾਗਰਿਕ ਇੱਥੇ ਅਜੇ ਸਸਪੈਂਡ ਕਰਤਾ, ਵੀਜ਼ਾ ਸਿਸਟਮ ਅਸੀਂ ਨਹੀਂ ਦੇਵਾਂਗੇ। ਤਾਂ ਬਾਕੀ ਦਾ ਜਿਹੜਾ ਇੱਥੋਂ ਦੀ ਪੋਲਿਟਿਕਸ ਨੂੰ ਕਿਵੇਂ ਪ੍ਰਭਾਵਿਤ ਕਰਦਾ ਉਹ ਸਾਡੇ ਸਾਰਾ ਉਹ ਸੀਨ ਜਿਹੜਾ ਉਹ ਦ੍ਰਿਸ਼ ਹੁਣ ਵਾਪਰ ਰਿਹਾ? ਪਹਿਲੀ ਗੱਲ ਸਰ, ਉਹ ਪਹਿਲਾਂ ਰਹਿ ਗਿਆ ਕਿ ਉਹਨਾਂ ਦੇ ਸਿਟੀਜ਼ਨ ਦੀ, ਉਹਨਾਂ ਦੀ ਸਟੇਟ
ਨੂੰ ਜਿਹੜਾ ਸਿਟੀਜ਼ਨ ਕਿੰਨਾ ਇੰਪੋਰਟੈਂਟ ਵਾ ਔਰ ਸਾਡਾ ਸਟੇਟ ਨੂੰ ਸਿਟੀਜ਼ਨ ਕਿੰਨਾ ਇੰਪੋਰਟੈਂਟ ਆ ਆਪਾਂ ਸਾਰੇ ਜਾਣਦੇ ਹਾਂ। ਇਹ ਇਸ਼ੂ ਤੋਂ ਅਗਲੇ ਪਾਸੇ ਵਾਲਾ ਨਿੱਜਰ ਦਾ ਮਰਡਰ ਹੋ ਗਿਆ, ਇਹ ਤੋਂ ਪਹਿਲਾਂ ਮਲਕ ਦਾ ਮਰਡਰ ਹੋਇਆ ਸੀਗਾ ਔਰ ਮਲਕ ਦੇ ਮਰਡਰ ਬਾਰੇ ਵੀ ਇਸ ਕਿਸਮ ਦਾ ਸੀਗਾ। ਉੱਥੇ ਲੋਕੀ ਇਹ ਕਹਿੰਦੇ ਕਿ ਮਲਕ ਸਾਹਿਬ ਨੇ ਇੰਡੀਅਨ ਗਵਰਨਮੈਂਟ ਦੇ ਨਾਲ ਬਾਅਦ ਦੇ ਵਿੱਚ ਜਾ ਕੇ ਸਿੰਧ ਮਿਲੇ ਸੀ, ਕੀਤੇ ਸੀ, ਉਹਨੂੰ ਉਸ ਖਾਤੇ 'ਚ ਪਾਤਾ, ਪਰ ਇਦਾਂ ਦਾ ਬਹੁਤ ਜ਼ਿਆਦਾ ਹੱਲਾ ਗੁੱਲਾ ਨਹੀਂ ਹੋਇਆ। ਉਹ ਪੰਜ ਲੀਡਰ ਸੀ ਜਿਨ੍ਹਾਂ ਨੂੰ ਹਿੰਦੁਸਤਾਨ ਲੈ ਗਿਆ ਸੀ ਉਸ ਪੈਕਟ ਦੇ ਅੰਡਰ, ਉਹ 5 ਲੋਕ ਸੀਗੇ, ਉਹ ਵੱਖਰੇ ਵੱਖਰੇ, ਚਲੋ ਵੱਖਰਾ ਇਸ਼ੂ ਹੈ, ਮਲਕ ਉਹਨਾਂ ਦੇ ਵਿੱਚੋਂ ਇੱਕ ਸੀਗਾ। ਇਹਦੇ ਬਾਰੇ ਇਦਾਂ ਕਿਉਂ ਹੋਇਆ, ਇੰਨੀ ਕਿਹੜੀ ਉਹ ਚੀਜ਼ ਸੀ? ਹੋਰ ਚੀਜ਼ ਆ ਇਹਦੇ ਅਗਲੇ ਪਾਸੇ ਵੱਲ, ਹੋਰ ਚੀਜ਼ ਆ। ਜਦੋਂ ਇਹ ਹੋਇਆ ਵਾ 18 ਤਰੀਕ ਨੂੰ ਹੋਇਆ, 30 ਤਰੀਕ ਨੂੰ ਮੈਂ ਉਸ ਗੁਰਦੁਆਰੇ ਦੇ ਵਿੱਚ ਵਿਆਹ ਅਟੈਂਡ ਕੀਤਾ, ਸਾਡੇ ਸਟੂਡੈਂਟ ਦੀ ਬੇਟੀ ਦਾ ਵਿਆਹ ਸੀਗਾ ਤੇ ਉੱਥੇ ਨਾਰਮਲ ਸੀਗਾ, ਇਹਨਾਂ ਦੀ ਫੋਟੋ ਲੱਗੀ ਸੀ, ਤਲਵਿੰਦਰ ਪਰਮਾਰ ਦੀ ਫੋਟੋ ਲੱਗੀ ਸੀ, ਭਿੰਡਰਾਵਾਲੇ ਦੀ ਫੋਟੋ ਲੱਗੀ ਸੀ, ਥਰਾ ਸਿੰਘ ਦੀ ਲੱਗੀ ਸੀ, ਜਰਨ ਦੀ ਲੱਗੀ, ਹੋਰ ਕਿਸੇ ਦੀ ਫੋਟੋ ਉੱਥੇ ਹੈ ਨਹੀਂ ਸੀ। ਆਮ ਨਾਰਮਲ ਰੂਟੀਨ ਦੇ ਵਿੱਚ ਸਾਰਾ ਕੁਝ ਹੋਇਆ, ਚੱਲ ਰਿਹਾ ਸੀਗਾ। ਪਰ ਇੱਕਦਮ ਇੰਸਟੈਂਟਲੀ ਉਹਨਾਂ ਦੀ ਕੀ ਕੰਪਲਸ਼ਨ ਹੋਊਗੀ, ਜਾਂ ਕਿਤੇ ਉਹਨਾਂ ਦੀ ਇੰਟੈਲੀਜੈਂਸ ਇਹ ਤਾਂ ਨਹੀਂ ਸੀ ਕਿ ਵੀ ਇਹਨੂੰ ਏਜੰਡਾ ਬਣਾ ਕੇ, ਕਿਉਂਕਿ ਤੁਸੀਂ ਦੇਖੋਗੇ ਇਹ ਤੋਂ ਪਹਿਲਾਂ ਜਿਹੜਾ ਜੋ ਲਾਹੌਰ ਦੇ ਵਿੱਚ ਹੋਇਆ, ਪਰਮਜੀਤ ਪੰਜਵਾਲਾ ਵਾਲਾ ਪਾਸਾ ਹੋਇਆ, ਕੰਡੇ ਵਾਲਾ ਪਾਸਾ ਹੋਇਆ, ਇਹ ਹੋਇਆ। ਗੁਰਪਤਵੰਤ ਸਿੰਘ ਪੰਨੂ ਬਾਰੇ ਬਹੁਤ ਸ਼ਾਇਦ ਇੱਥੋਂ ਦੇ ਮੀਡੀਆ ਨੇ ਚਲਾ ਦਿੱਤਾ ਵੀ ਸ਼ਾਇਦ ਉਹ ਵੀ ਅੰਡਰ ਹੈਗਾ, ਸਾਰਾ ਕੁਝ ਉਸ ਤਰੀਕੇ ਦੇ ਨਾਲ ਹੋਇਆ। ਤੇ ਕਿਤੇ ਅਲਟੀਮੇਟਲੀ ਇਹ ਤਾਂ ਨਹੀਂ ਵੀ ਉਹ ਬਿਲਿਟਲ ਕਰਨ ਵਾਲੀ ਗੱਲ ਆ ਕਿ ਇਹ ਜਿਹੜਾ ਕੈਨੇਡੀਅਨ ਜਿਹੜਾ ਹੈਗਾ ਸਿਸਟਮ ਆ, ਅਕੈਡਮਿਕ ਸਟਰਕਚਰ ਆ, ਇਹ ਬਹੁਤ ਇਦਾਂ ਦਾ ਹੈਗਾ ਜਿਹਨੂੰ ਅਸੀਂ ਇਸ ਤਰੀਕੇ ਨਾਲ ਜਿਹੜਾ ਉਹਨਾਂ ਨੇ ਇਸ਼ੂ ਨੂੰ ਰੇਸ ਕੀਤਾ, ਉਹਨਾਂ ਨੇ ਬਹੁਤ ਜ਼ਬਰਦਸਤੀ ਉਹਨੂੰ ਰਿਐਕਟ ਕੀਤਾ ਕਿਉਂਕਿ ਉਹ ਉਹਨਾਂ ਦਾ ਸਿਟੀਜ਼ਨ ਸੀਗਾ, ਕਿਉਂਕਿ ਡਿਊ ਪ੍ਰੋਸੈਸ ਆਫ ਲਾ ਦੀ ਗੱਲ ਕਰਦੇ ਆ। ਹੋ ਸਕਦਾ ਕਿ ਉਹਨਾਂ ਨੂੰ ਇਹ ਵੱਡਾ ਸਵਾਲ ਫੇਸ ਕਰਨਾ ਪੈਂਦਾ ਕਿ ਜਿਹੜਾ ਤੁਹਾਡਾ ਸਿਟੀਜ਼ਨ ਸੀ ਜਿਹਦੇ ਬਾਰੇ, ਕਿਉਂਕਿ ਜਿਹੜੀ ਉੱਥੇ ਇੰਟੈਲੀਜੈਂਸ ਹੈਗੀ ਆ, ਜੇ ਇੰਟੈਲੀਜੈਂਸ ਹੁੰਦੀ ਆ ਜੋ ਪਬਲਿਕ ਡੋਮੇਨ 'ਚ ਆਉਂਦੀ ਆ ਤੇ ਪਬਲਿਕ ਡੋਮੇਨ 'ਚੋਂ ਡਿਸਕਸ ਕੀਤਾ ਜਾਂਦਾ, ਪੋਲੀਟੀਕਲ ਪਾਰਟੀਆਂ ਡਿਸਕਸ ਕਰਦੀਆਂ, ਲੋਕ ਡਿਸਕਸ ਕਰਦੇ ਆ, ਜਿਹੜੇ ਸਾਡੇ ਆਪਣੇ ਵਾਲੇ ਪਾਸੇ ਵਾਲ ਇਦਾਂ ਨੇ। ਦੂਸਰੀ ਗੱਲ ਹੈਗੀ ਕਿ ਜਿਹੜਾ ਇੰਡੀਆ ਗਵਰਨਮੈਂਟ ਦਾ ਜਿਹੜਾ ਖਾਸ ਕਰਕੇ, ਕਿਉਂਕਿ ਇੰਡੀਆ ਨੇ ਉਹਨੂੰ ਪਹਿਲਾਂ ਤਾਂ ਟਾਲਦੇ ਰਹੇ, ਪਰ ਜਿਉਂ-ਜਿਉਂ ਚੀਜ਼ਾਂ ਅਨਫੋਲਡ ਹੁੰਦੀਆਂ ਰਹੀਆਂ ਤਿਉਂ-ਤਿਉਂ ਜਿਹੜਾ ਸੀ ਇਹ ਮੈਨੂੰ ਲੱਗਦਾ ਕਿ ਇਹ ਨਾ ਪਛਾਣ ਨੂੰ ਹਟਣਾ ਸ਼ੁਰੂ ਕਰਤਾ, ਮਗਰਲੇ ਪਾਸੇ ਲਾਉਣਾ ਸ਼ੁਰੂ ਕਰਤਾ, ਔਰ ਇਹ ਉਸੇ ਪਾਸੇ ਸ਼ੁਰੂ ਹੋਣ ਦੇ ਕਰਕੇ ਨੈਚੁਰਲੀ ਇਹ ਸਾਰਾ ਉਸ ਕਟਹਿਰੇ ਵਾਲੇ ਪਾਸੇ ਲਾਉਂਦੇ ਆ। ਔਰ ਜਿਹੜਾ ਤੁਸੀਂ ਕਹਿੰਦੇ ਵੀ ਰਿਸਪੌਂਸ ਪਾਰਟੀਆਂ ਨੇ ਦੇਣਾ ਸੀ, ਪਾਰਟੀ ਸਿਸਟਮ ਹੈ ਕਿੱਥੇ ਆ? ਉਹ ਲੀਡਰ ਜਿਨ੍ਹਾਂ ਨੇ ਇਹ ਚੀਜ਼ ਨੂੰ ਸਾਰੀ ਨੂੰ ਸੋਚ ਸਮਝ ਕੇ, ਜਿੱਦਾਂ ਜਗਮੀਤ ਸਿੰਘ ਬਰਾੜ ਦੀ ਤੁਸੀਂ ਗੱਲ ਕੀਤੀ ਆ, ਉਹ ਨਹੀਂ ਸਰਵਾਈਵ ਕਰ ਸਕਦੇ ਇਕੱਲੀ ਸਿੱਖੀ ਦੀ ਗੱਲ ਕਰਕੇ, ਉਹ ਨਹੀਂ ਸਰਵਾਈਵ ਕਰ ਸਕਦੇ ਇਕੱਲੇ ਹਿੰਦੂਆਂ ਦੀ ਗੱਲ ਕਰਕੇ, ਉਹ ਨਹੀਂ ਸਰਵਾਈਵ ਕਰ ਸਕਦੇ ਇੱਕ ਜਿਹੜੀ ਕਮਿਊਨਿਟੀ ਦੀ ਇਹ ਗੱਲ ਕਰਕੇ। ਉੱਥੇ 34% ਲੋਕ ਜਿਹੜੇ ਹੈਗੇ ਨਵੀਂ ਸੈਂਸਸ ਦੇ ਵਿੱਚ ਉਹਨਾਂ ਕਿਹਾ ਅਸੀਂ ਉਹਨਾਂ ਧਰਮਾਂ ਦਾ ਨਾਂ ਹੀ ਨਹੀਂ ਲਿਆ ਕਿ ਸਾਡਾ ਕੋਈ ਧਰਮ ਨਹੀਂ ਆ। ਪਿਛਲੀ ਜਿਹੜੀ ਹੈਗੀ ਸੀ ਸੈਂਸਸ ਉਹਦੇ ਵਿੱਚੋਂ 12% ਜਿਹੜੇ ਹੈਗੇ ਆ ਉਹਨਾਂ ਕਿਹਾ ਵੀ ਨਹੀਂ, ਨੋ ਰਿਲੀਜਨ, ਸਾਡਾ ਕੋਈ ਰਿਲੀਜਨ ਨਹੀਂਗਾ, ਅਸੀਂ ਜਿਹੜੀ ਗੱਲ ਜੋ ਹੁੰਦੀ ਆ ਉਹਨੂੰ ਉਸ ਤਰੀਕੇ ਨਾਲ ਕਰਾਂਗੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੇ ਤਾਂ ਇੱਥੇ ਅੱਗਾ ਦੌੜ ਤੇ ਪਿੱਛਾ ਚੌੜ, ਕਿ ਇਹ ਹੋ ਗਿਆ, ਇਹਨੂੰ ਆਪਣੇ ਤਰੀਕੇ ਨਾਲ ਅਪਰੋਪਰੀਏਟ ਕੀਤਾ ਜਾਵੇ, ਆਪਣੇ ਤਰੀਕੇ ਨਾਲ ਇਮੇਜ ਉਹ ਜਿਹੜਾ ਉਹ ਦਿੱਤਾ ਜਾਵੇ। ਬਾਕੀ ਰਹੀ ਗੱਲ ਜਿਹੜੇ ਪੰਜਾਬ ਤੋਂ, ਜੇ ਕਿਉਂਕਿ ਕਮਿਊਨਿਟੀ ਇਫੈਕਟ ਹੋ ਰਹੀ ਆ, ਇਹ ਸਰਕਾਰ ਦਾ ਕੋਈ ਰਿਸਪੌਂਸ ਉਸ ਮਾਮਲੇ ਤੇ ਆਇਆ, ਸਰਕਾਰ ਨੇ ਕੋਈ ਉਹਦੇ ਉੱਤੇ ਆਪਣੀ ਕੋਈ ਸਟੇਟਮੈਂਟ ਦਿੱਤੀ ਜਾਂ ਪਾਰਟੀ ਨੇ ਕੋਈ ਸਟੇਟਮੈਂਟ ਦਿੱਤੀ, ਜਾਂ ਐਡਾ ਵੱਡਾ ਮੁੱਦਾ ਬਣ ਰਿਹਾ ਵਾ, ਕਿਉਂਕਿ ਅਸੀਂ ਸਿੱਧੇ ਤੌਰ ਤੇ ਉਹਦੇ ਉੱਤੇ ਇਫੈਕਟ ਹੋਵਾਂਗੇ। ਇਹਨਾਂ ਨੂੰ ਕੋਈ ਨਾ ਕੋਈ ਉਹਦੇ ਵਿੱਚ, ਪਰ ਇਹਦੇ ਵਿੱਚ ਲੈਂਦੇ ਕਿਹਨੂੰ ਨਾਲ, ਕਿਹਦੇ ਕੋਲ ਸਲਾਹ ਲੈਂਦੇ? ਕਾਂਗਰਸ ਵਾਲੇ ਆਪਣੀ ਬੋਲੀ ਬੋਲਦੇ ਆ, ਅਕਾਲੀ ਦਲ ਆਪਣੀ ਬੋਲੀ ਬੋਲਦਾ ਵਾ। ਇਹ ਮੈਨੂੰ ਲੱਗਦਾ ਕਿ ਪੰਜਾਬ ਦੀ ਜਾਂ ਪੰਜਾਬ ਦੀ ਪਾਰਟਿਕੂਲਰਲੀ ਤਰਾਸਦੀ ਇਹ ਹੈਗੀ ਆ ਕਿ ਇੱਥੇ ਰੀਜ਼ਨ ਜਿਹੜਾ ਹੁੰਦਾ ਸੀ, ਜਿਹੜੀ ਡਿਸਕਸ਼ਨ ਹੁੰਦੀ ਸੀ, ਜਿਹੜੇ ਕੰਸਰਨਸ ਹੁੰਦੇ ਸੀ, ਜਾਂ ਥੋੜੀ ਕੰਸੈਂਟੀਅਸ ਜਿਹੜੀ ਕੋਈ ਅਪਰੋਚ ਹੁੰਦੀ ਸੀ, ਉਹ ਮਿਸਿੰਗ ਹੋ ਗਈ। ਔਰ ਅਸੀਂ ਤਾਂ ਦੌੜਦੇ ਆ ਜਿੱਦਾਂ ਨਾ, ਜਿਹੜੇ ਪਾਸੇ ਨੂੰ ਤੁਰਨਾ ਸਾਰੇ ਉਸ ਪਾਸੇ ਨੂੰ ਤੁਰ ਪੈਂਦੇ ਆ। ਉਹ ਚੰਗਾ ਵੀ ਹੋ ਸਕਦਾ, ਉਹ ਦੂਸਰਾ ਪਾਸਾ ਵੀ ਹੋ ਸਕਦਾ। ਜਿਹੜਾ ਰੀਜ਼ਨ ਹੁੰਦਾ ਇਹੋ ਜਿਹੇ ਮਸਲਿਆਂ ਨੂੰ, ਢਾਂਚਾਗਤ ਸਮੱਸਿਆ ਨੂੰ, ਇਹੋ ਜਿਹੇ ਇਨਸੀਡੈਂਟਸ ਨੂੰ ਜਿਹਦੇ ਵਿੱਚ ਇੱਕ ਵਿਅਕਤੀ ਇਨਵੋਲਡ ਹੈਗਾ, ਉਹ ਸਟੇਟ ਇਸ਼ੂ ਵੀ ਬਣਦਾ ਵਾ, ਉਹ ਨੈਸ਼ਨਲ ਇਸ਼ੂ ਵੀ ਬਣਦਾ ਵਾ, ਉਹ ਇੰਟਰਨੈਸ਼ਨਲ ਇਸ਼ੂ ਵੀ ਬਣਦਾ ਵਾ। ਇਹਦੇ ਬਾਰੇ ਤਾਂ ਇੱਥੇ ਕਿਸੇ ਦਾ ਏਜੰਡਾ ਹੀ ਨਹੀਂ ਹੈ, ਕੋਈ ਕਹਿੰਦਾ ਹੀ ਨਹੀਂ ਉਸ ਤਰੀਕੇ ਨਾਲ, ਕੋਈ ਕਿਸੇ ਕੋਲ ਕੈਪੈਸਿਟੀ ਨਹੀਂ ਹੈਗੀ, ਜਾਂ ਉਹ ਜਾਣ ਬੁੱਝ ਕੇ ਨਹੀਂ ਕੀਤੇ। ਉਹਦਾ ਇੱਕੋ ਹੀ ਕਾਰਨ ਹੈਗਾ ਵੀ ਸਾਡੀ ਜਿਹੜੀ ਰਾਜਨੀਤੀ ਹੈ, ਜਾਂ ਸਾਡੀ ਰਾਜਨੀਤੀ ਵਾਨਤਾ ਹੈਗੀ ਆ, ਮੈਨੂੰ ਲੱਗਦਾ ਕਿ ਉਹਦੇ ਵਿੱਚ ਡੀਹਿਊਮਨਾਈਜ਼ਡ ਬਹੁਤ ਹੋ ਗਿਆ। ਉਹਨਾਂ ਲਈ ਇਹ ਜਿਹੜੇ ਇਸ਼ੂ ਹੈਗੇ ਆ, ਜਾਂ ਹੋਰ ਇਸ਼ੂ ਜਿਹੜੇ ਸਿੱਧੇ ਤੌਰ ਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜਿਹੜਾ ਉਹ ਕਰਦੇ ਆ, ਉਹ ਕੋਈ ਬਹੁਤਾ ਮਹਿਨਾ ਨਹੀਂ ਰੱਖਦੇ। ਤੋ ਇਸ ਕਰਕੇ ਇਹਨੂੰ ਲੱਗਦਾ ਵੀ ਅੱਜ ਇਹ ਹੋਇਆ, ਕੱਲ ਨੂੰ ਕੁਝ ਹੋਰ ਹੋ ਜਾਊਗਾ, ਪਰਸੋਂ ਹੋ ਜਾਊਗਾ। ਸਿਰਫ ਏਜੰਡਾ ਰਹਿੰਦਾ ਵਾ ਕਿ ਅਸੀਂ ਜਿਹੜੀ ਤਾਕਤ ਹੈ ਰਾਜਨੀਤੀ ਦੇ ਵਿੱਚ ਕਿੱਦਾਂ ਰੈਲੇਵੈਂਟ ਰਹਿਣਾ ਵਾ, ਤਾਂ ਜਾਂ ਤਾਕਤ ਜਿਹੜੀ ਹੈਗੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਲੈ ਕੇ ਜਾਣਾ ਹੈ। ਉਹ ਸਿਸਟਮ ਮੈਨੂੰ ਲੱਗਦਾ ਕਿ ਅਜੇ ਵੀ ਠੀਕ ਆ, ਬਹੁਤ ਸਾਰੀਆਂ ਖਾਮੀਆਂ, ਪਰ ਉੱਥੇ ਰਿਸਪੌਂਸਿਬਿਲਿਟੀ ਫਿਕਸ ਹੁੰਦੀ ਆ। ਉੱਥੇ ਕੋਈ ਵੀ ਮੈਂਬਰ ਪਾਰਲੀਮੈਂਟ, ਕੋਈ ਵੀ ਕੁਛ ਵਾ, ਜੇ ਪੁਆਇੰਟ ਆਊਟ ਵੀ ਹੋ ਜਾਵੇ ਤੇ ਉਹ ਬੰਦੇ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈਗਾ ਵਾ
ਉਹ ਸਦਾ ਲਈ ਜਿਹੜਾ ਉਹ ਖਤਮ ਹੋ ਜਾਂਦਾ ਵਾ। ਇਸ ਕਰਕੇ ਉਹ ਬਹੁਤ ਕੰਸਰਨਡ ਹੈ, ਬਹੁਤ ਇਸ ਮਾਮਲੇ ਦੇ ਵਿੱਚ ਕੰਸੈਂਟੀਅਸ ਹੈਗੇ ਆ, ਰੈਸ਼ਨਲ ਰੀਜ਼ਨੇਬਲ ਲੋਕ ਉੱਥੇ ਹੈਗੇ ਆ, ਭਾਵੇਂ ਕਿ ਉਹ ਬਹੁਤ ਜ਼ਿਆਦਾ ਰੌਲਾ ਰੱਪਾ ਨਹੀਂ ਪਾਉਂਦੇ, ਬਹੁਤ ਜ਼ਿਆਦਾ ਸਾਹਮਣੇ ਨਹੀਂ ਆਉਂਦੇ, ਪਰ ਜਦੋਂ ਮੌਕਾ ਆਉਂਦਾ ਵਾ, ਖਾਸ ਕਰਕੇ ਜਦੋਂ ਸਰਵੇਸ ਹੁੰਦੇ ਆ, ਪਬਲਿਕ ਓਪੀਨੀਅਨ ਹੁੰਦੀ ਆ, ਤੇ ਉਹ ਆਪਣੀ ਜਿਹੜੀ ਰਾਏ ਹੁੰਦੀ ਇਹਨਾਂ ਮੁੱਦਿਆਂ ਦੇ ਉੱਤੇ ਉਹ ਬਹੁਤ ਕਲੀਅਰਲੀ ਜਿਹੜੀ ਆ ਉਹ ਮੈਨੀਫੈਸਟ ਕਰ ਦਿੰਦੀ ਆ। ਸਰਦਾਰ ਜਗਤਾਰ ਸਿੰਘ ਜੀ, ਜਿਹੜਾ ਸਾਡੇ ਪੋਲੀਟੀਸ਼ੀਅਨ ਨੇ ਮਤਲਬ ਚੁੱਪ ਹੀ ਕਰ ਗਏ ਇਸ ਮਾਮਲੇ ਤੇ, ਵੀ ਇਹਨੂੰ ਜਿਵੇਂ ਮਰਜ਼ੀ ਚੱਲਣ ਦਿਓ, ਘੱਟੋ ਘੱਟ ਪੰਜਾਬ ਦੀਆਂ ਧਿਰਾਂ, ਪੰਜਾਬ ਦੀਆਂ ਪਾਰਟੀਆਂ, ਪੰਜਾਬ ਦੇ ਬਾਕੀ ਐ ਚੱਲ ਸਕਦਾ ਟੋਟਲੀ, ਫਿਰ ਵੀ ਕੋਈ ਉਹਨਾਂ ਦਾ ਲਾਸ ਨਾ ਹੋਵੇ ਪੋਲੀਟੀਕਲੀ, ਫਿਰ ਵੀ ਉਹਨਾਂ ਨੂੰ ਇਹ ਲੋਕ ਵੋਟਾਂ ਪਾ ਦੇਣ? ਹੋ ਸਕਦਾ ਇਹੀ ਮਹਿਸੂਸ ਕਰਦੇ ਹੋਣਗੇ ਨਾ ਕਿ ਪੋਲੀਟੀਕਲੀ ਕੋਈ ਫਰਕ ਨਹੀਂ ਪੈਂਦਾ, ਆਪਾਂ ਚੁੱਪ ਕਰ ਜਾਂਦੇ ਹਾਂ, ਖਾਮੋਸ਼ੀ ਨਾਲ ਵੀ ਚੱਲੂਗਾ ਕੰਮ, ਐਵੇਂ ਪੰਗਾ ਲਵਾਂਗੇ, ਕਿਸੇ ਦੇ ਪੱਖ 'ਚ ਦਿੱਤਾ ਗਿਆ, ਕਿਸੇ ਦੇ ਵਿਰੋਧ 'ਚ ਦਿੱਤਾ ਗਿਆ ਬਿਆਨ, ਤੇ ਕੱਲ ਨੂੰ ਨਵੇਂ ਪੰਗੇ ਨੂੰ ਫੜਾਂਗੇ। ਪਹਿਲਾਂ ਆਪਾਂ ਉਹ ਗੱਲ ਕਰ ਹੀ ਚੁੱਕਿਆ ਕਿ ਇੱਕ ਮੰਤਰੀ ਨੇ ਦਿੱਤਾ ਸੀ, ਮਾਫੀ ਮੰਗ ਕੇ ਛੁੱਟਿਆ ਵਿਚਾਰਾ, ਇੱਕ ਬਿਆਨ ਥੋੜਾ ਜਿਹਾ ਦੇਤਾ ਇਸ ਮਾਮਲੇ ਤੇ, ਚਿੰਤਾ ਹੀ ਪ੍ਰਗਟ ਕਰਤੀ, ਹੋਰ ਕੁਝ ਨਹੀਂ ਕੀਤਾ। ਤੇ ਇਹਦਾ ਮਤਲਬ ਤਾਂ ਚੁੱਪ ਕਰਾਏ ਜਾ ਰਹੇ ਨੇ, ਜੇ ਕੋਈ ਦੇਣਾ ਵੀ ਚਾਹੁੰਦਾ ਬਿਆਨ ਉਹਨੂੰ ਵੀ ਚੁੱਪ ਕਰਾਇਆ ਜਾ ਰਿਹਾ। ਇਹ ਜਿਹੜੀ ਰਣਨੀਤੀ ਹੈ ਚੁੱਪ ਕਰਾਉਣ ਦੀ ਜਾਂ ਚੁੱਪ ਰਹਿਣ ਦੀ, ਕੀ ਪੋਲਿਟਿਕਸ ਐਵੇਂ ਚੱਲ ਜਾਂਦੀ ਹੁੰਦੀ ਹੈ, ਜਾਂ ਪੋਲਿਟਿਕਸ ਸਮੇਂ-ਸਮੇਂ ਤੇ ਕੋਈ ਸਟੈਂਡ ਦੀ ਮੰਗ ਕਰਦੀ ਹੈ, ਤੁਹਾਡੇ ਵਿਚਾਰਾਂ ਦੀ ਮੰਗ ਕਰਦੀ ਹੈ, ਤੁਹਾਡਾ ਪੱਖ ਜਾਣਨ ਦੀ ਮੰਗ ਕਰਦੀ ਹੈ ਹਮੇਸ਼ਾ ਹੀ? ਔਰ ਇਹ ਤਾਂ ਫਿਰ ਇੰਟਰਨੈਸ਼ਨਲ ਇਸ਼ੂ ਹੈ, ਗਲੋਬਲ ਇਸ਼ੂ, ਦੇਸ਼ ਦਾ ਇਸ਼ੂ, ਪੰਜਾਬ ਦਾ ਇਸ਼ੂ ਤੇ ਸਿੱਖਾਂ ਦਾ ਇਸ਼ੂ, ਇਹ ਹਰ ਇੱਕ ਦਾ ਉੱਡਾ ਹੀ ਮਹੱਤਵਪੂਰਨ ਮੁੱਦਾ ਹੈ। ਉਸ ਇੱਥੇ ਤੁਸੀਂ ਕੋਈ ਗੱਲ ਹੀ ਨਹੀਂ ਕਰ ਰਹੇ। ਮੇਰੀ ਵਰੀ ਥੋੜੀ ਜਿਹੀ ਵੱਡੀ ਹੈ। ਜੇ 2024 ਦੀ ਇਲੈਕਸ਼ਨ ਦੇ ਵਿੱਚ ਖਾਲਿਸਤਾਨ ਮੁੱਦਾ ਉੱਭਰੇਗਾ ਤੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਡੈਮੋਨਾਈਜ਼ ਕੀਤਾ ਜਾਏਗਾ, ਜਿਵੇਂ ਸਿੱਖਾਂ ਨੂੰ ਪਹਿਲਾਂ ਵਿਲਨ ਬਣਾਇਆ ਗਿਆ ਸੀਗਾ, ਤੇ ਇਹ ਉਸ ਸਾਰੇ ਨੈਰੇਟਿਵ ਦਾ ਇੱਕ ਵਿਕਟਮ ਬਣੇ ਸੀਗੇ। ਤੇ ਬੜੀ ਮੁਸ਼ਕਲ ਨਾਲ ਉਸ ਤੋਂ ਬਾਅਦ ਜਿਹੜਾ ਪੁਰਾਣਾ ਇਮੇਜ ਸੀ ਉਹ ਬਹਾਲ ਹੋਇਆ ਸੀ। ਸਿਚੁਏਸ਼ਨ ਹੁਣ ਵੀ ਉਸ ਪਾਸੇ ਵੱਧ ਰਹੀ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ, ਮੈਂ ਉਹਨੂੰ ਇਸ ਕੰਟੈਕਸਟ ਦੇ ਵਿੱਚ ਗੱਲ ਕਰਦਾ। ਜਦੋਂ ਅਸੀਂ ਇੱਕ ਵਰਤਾਰਾ ਭੁਗਤ ਚੁੱਕੇ ਹਾਂ, ਸਾਨੂੰ ਪਤਾ ਹੈ ਵੀ ਇਹਦਾ ਐਂਡ ਰਿਜ਼ਲਟ ਜਿਹੜਾ ਹੈ ਉਹ ਕੀ ਹੋ ਸਕਦਾ ਹੈ, ਸਿੱਖਾਂ ਨੂੰ ਬਦਨਾਮ ਕਰਨ ਦੀ ਪੂਰੀ ਕੰਪੇਨ ਇਹਦੇ 'ਚ ਚੱਲੇਗੀ। ਫਿਰ ਤੇ ਸਾਡੀ ਜਿਹੜੀ ਸਿਆਸੀ ਜਮਾਤ ਹੈ ਕਿ ਉਹਨੇ ਪਹਿਲਾਂ ਸਬਕ ਨਹੀਂ ਸਿੱਖਿਆ। ਇਹ ਠੀਕ ਹੈ ਵੀ ਇਹ ਜਨਰੇਸ਼ਨ ਦੂਸਰੀ ਹੈ, ਉਸ ਸਮੇਂ ਦੀ ਜਨਰੇਸ਼ਨ ਨਹੀਂ ਹੈ, ਲੇਕਿਨ ਜਿਹੜਾ ਸਿਆਸੀ ਤਜਰਬਾ ਹੁੰਦਾ ਹੈ ਜਨਰੇਸ਼ਨ ਨੂੰ ਜਨਰੇਸ਼ਨ, ਉਹ ਪਤਾ ਹੁੰਦਾ ਹੈ ਕਿ ਇੱਥੇ ਕੀ ਹੋਇਆ, ਸਰਕਾਰਾਂ ਨੂੰ ਪਤਾ ਹੁੰਦਾ ਕਿ ਪਹਿਲਾਂ ਕੀ ਹੋਇਆ। ਤੇ ਮੇਰੇ ਖਿਆਲ 'ਚ ਇਹਨਾਂ ਨੂੰ ਤਾਂ ਜ਼ਿਆਦਾ ਕਾਸ਼ੀਅਸ ਹੋਣਾ ਚਾਹੀਦਾ ਸੀਗਾ ਇਸ ਗੱਲ ਤੇ, ਇਕੱਠੇ ਹੋ ਕੇ, ਰਾਦਰ ਇਕੱਠੇ ਬੈਠ ਕੇ ਸਲਾਹ ਕਰਕੇ ਇਸ ਇਸ਼ੂ ਤੇ ਕੀ ਕਰਨਾ ਹੈ ਤੇ ਕਿਵੇਂ ਸਟੇਟਮੈਂਟ ਦੇਣੀ ਹੈ, ਪ੍ਰਾਈਮ ਮਿਨਿਸਟਰ ਨੂੰ ਜਾ ਕੇ ਮਿਲਣਾ ਹੈ, ਕੀ ਕਰਨਾ ਹੈ, ਸਾਰਾ ਇਸ਼ੂ ਹੋਣਾ ਚਾਹੀਦਾ ਸੀਗਾ। ਔਰ ਬੜੀ ਕਮਾਲ ਦੀ ਗੱਲ ਹੈ, ਇੱਕ ਕਸਟਮਰੀ ਸਟੇਟਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਆ ਜਾਂਦੀ ਹੈ, ਉਹ ਵੀ ਜ਼ਿਆਦਾ ਵੀਜ਼ਾ ਦੇ ਕੰਸਰਨ ਦੇ ਵਿੱਚ ਹੈ, ਵੀ ਵੀਜ਼ੇ ਬੰਦ ਹੋ ਗਏ ਤੇ ਆ ਹੋ ਗਿਆ। ਓਵਰਆਲ ਜਿਹੜਾ ਨੈਰੇਟਿਵ ਬਿਲਡ ਹੋ ਰਿਹਾ ਹੈ ਉਹਦੇ ਬਾਰੇ ਕੀ ਕਿਸੇ ਦੀ ਕੋਈ ਵਰੀ ਹੈ ਕਿ ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ, ਮੁੜ ਕੇ ਫਿਰ ਉਹਨੂੰ ਕਨਫਰੰਟ ਤੇ ਕਾਊਂਟਰ ਕਿਵੇਂ ਕਰਨਾ ਹੈ? ਕੀ ਪੰਜਾਬ ਦੀ ਸਰਕਾਰ ਇਹਦੇ ਬਾਰੇ ਚਿੰਤਾਤੁਰ ਹੈ? ਜਿਹੜੀ ਚੁੱਪੀ ਹੈ ਪੰਜਾਬ ਸਰਕਾਰ ਦੀ, ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਤਾਂ ਬਿਲਕੁਲ ਕਾਊਂਟਰ ਪ੍ਰੋਡਕਟਿਵ ਹੋਏਗੀ। ਇਹਨਾਂ ਨੂੰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ। ਘੱਟੋ ਘੱਟ ਪੰਜਾਬ ਨੂੰ ਲੈ ਕੇ ਇਹ ਆਪਣਾ ਸਟੈਂਡ ਕਲੀਅਰ ਕਰਨ ਤੇ ਇਸ਼ੂ ਨੈਸ਼ਨਲ ਲੈਵਲ ਤੇ ਔਰ ਈਵਨ ਕੈਨੇਡਾ ਦੇ ਵਿੱਚ ਟੇਕ ਅਪ ਕੀਤਾ ਜਾਣਾ ਚਾਹੀਦਾ ਹੈ। ਮੈਂ ਤੁਹਾਡੇ ਵਿਊਜ਼ ਵੀ ਇਹਦੇ ਬਾਰੇ ਜਾਣਨਾ ਚਾਹੂੰਗਾ ਵੀਰ ਜੀ। ਹਾਂ ਸਾਹਿਬ, ਜਿਹੜਾ ਲਾਸਟ 'ਚ ਆਪਾਂ ਟਾਈਮ ਕਾਫੀ ਹੋ ਗਿਆ, ਸੰਖੇਪ 'ਚ ਇੱਕ ਜਵਾਬ ਮੈਂ ਤੁਹਾਡੇ ਤੋਂ ਇਹਦੇ ਤੇ ਵੀ ਚਾਹੁੰਦਾ ਪੂਰਾ, ਕਿ ਗਵਰਨਮੈਂਟ ਆਫ ਇੰਡੀਆ ਲੈਵਲ ਦੇ ਉੱਤੇ ਵੀ ਤੇ ਪੰਜਾਬ ਲੈਵਲ ਦੇ ਉੱਤੇ ਵੀ ਹੁਣ ਉਹ ਜਿਵੇਂ ਪਹਿਲਾਂ ਨਾਰਮਲੀ ਲੋਕਾਂ ਦਾ ਇੱਕ ਸਵਾਲ ਹੈ ਕਿ ਪਹਿਲੀਆਂ 2 ਇਲੈਕਸ਼ਨਾਂ ਲੜੀਆਂ ਗਈਆਂ, 14 ਤੇ 19 ਵੀ ਲੜੀਆਂ ਗਈਆਂ ਪਾਰਲੀਮੈਂਟ ਦੀਆਂ, ਉਹ ਕਿਸੇ ਨਾ ਕਿਸੇ ਆਬਾਦ ਦੇ ਵਿੱਚ ਤਾਂ ਪੁਲਵਾਮਾ ਹੋਇਆ ਤੇ ਉਹ ਇਲੈਕਸ਼ਨ ਦਾ ਪੂਰਾ ਟਰਨ ਕਰਤੀ ਕਿਸੇ ਨਾ ਕਿਸੇ ਰੂਪ 'ਚ। ਹੁਣ ਇੰਡੀਆ ਅਲਾਇੰਸ ਆਪਣੇ ਆਪ ਦੇ ਵਿੱਚ ਇੱਕ ਆਇਆ ਸਾਹਮਣੇ, ਤੇ ਉਸ ਤੋਂ ਬਾਅਦ ਕਈ ਚੀਜ਼ਾਂ ਦਾ ਨੈਰੇਟਿਵ ਹੋਰ ਤਰੀਕੇ ਨਾਲ ਬਦਲਣਾ ਸ਼ੁਰੂ ਹੋਇਆ ਸੀ, ਤੇ ਮੁੜ ਕੇ ਜੇ ਉਸੇ ਪਾਸੇ ਨੂੰ ਫੋਕਸ ਆ ਰਿਹਾ ਕੰਟਰੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤਾਂ ਇਹਦਾ ਮਤਲਬ ਹੁਣ ਦੂਜੀ ਮਿਨੋਰਿਟੀ ਦੇ ਰਾਹੀਂ ਸਰਕਾਰ ਬਣੇਗੀ। ਪਹਿਲਾਂ ਇੱਕ ਮਿਨੋਰਿਟੀ ਦੇ ਰਾਹੀਂ ਦੇ ਨੂੰ ਟਾਰਗੇਟ ਕਰਕੇ ਸਰਕਾਰ ਬਣੀ ਸੀ। ਕਿ ਜੇ ਇਹ ਡਿਜ਼ਾਈਨ ਹੈ ਤਾਂ ਕਿਤੇ ਨਾ ਕਿਤੇ ਟਰੂਡੋ ਨੇ ਫੇਵਰ ਕਰਤੀ ਹੈ ਰੂਲਿੰਗ ਸਾਈਡ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਭਾਵੇਂ ਗਲੋਬਲ ਪੈਮਾਨੇ ਤੇ ਕੱਦ ਘਟ ਹੀ ਗਿਆ ਹੋਵੇ, ਰਿਲੇਸ਼ਨ 'ਚ ਡੈਮੇਜ ਹੋ ਗਿਆ ਹੋਣ ਬਾਕੀ, ਪਰ ਸਾਡਾ ਸੱਤਾਧਾਰੀ ਧਿਰ ਹੈ
ਉਹ ਤਾਂ ਚਾਹੁੰਦੀ ਹੋਇਆ ਵੀ ਰਾਜ ਤੋਂ ਹੱਥ ਨਾ ਜਾਵੇ, ਬਾਕੀ ਦੇਖੀ ਜੋ ਕੁਝ ਬਾਕੀ ਹਮ ਤੋਂ ਕੀ ਕਰਨਾ ਹੈ। ਬਦਨਾਮ ਹੋਏ ਤਾਂ ਕਿਆ ਹੁਆ, ਨਾਮ ਤੋਂ ਹੁਆ ਨਾ, ਸੱਤਾ ਤਾਂ ਆਈ ਕਿਵੇਂ ਨਾ ਕਿਵੇਂ, ਬਾਕੀ ਤਾਂ ਚੀਜ਼ਾਂ ਦੇ ਛੱਡੋ। ਇਹ ਸਾਰਾ ਜਿਹੜਾ ਇੱਕ ਮਾਜਰਾ ਬਣ ਰਿਹਾ ਹੁਣ ਸਾਡੇ ਸਾਹਮਣੇ, ਇਹਦੇ ਤੇ ਤੁਹਾਡੀ ਟਿੱਪਣੀ? ਨਹੀਂ ਸਰ, ਪਾਣੀ ਬਹੁਤ ਜ਼ਿਆਦਾ ਪੁਲ ਦੇ ਥੱਲੇ ਨਿਕਲ ਚੁੱਕਾ ਹੈ। ਇਹ ਗੱਲ ਠੀਕ ਹੈਗਾ ਕਿ ਜੇ ਉਹ ਪੁਲਵਾਮਾ ਨਾ ਹੁੰਦਾ ਤੇ ਬੀਜੇਪੀ 200 ਕ੍ਰਾਸ ਨਹੀਂ ਸੀ ਕਰਦੀ ਲਾਸਟ ਟਾਈਮ ਦੇ ਵਿੱਚ। ਇਹ ਸਟੱਡੀ ਵੀ ਦੱਸ ਰਹੀਆਂ ਸੀ, ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਹੋਇਆ। ਔਰ ਤੁਸੀਂ ਦੇਖੋ ਕਿ ਪਿਛਲੇ ਲੰਮੇ ਸਮੇਂ ਤੋਂ ਸੰਜੇ ਰੌਤ ਹੁਣੀ ਕੀ ਕਹਿ ਰਹੇ ਆ, ਮਲਕ ਸਾਹਿਬ ਕੀ ਕਹਿ ਰਹੇ ਆ ਵੀ ਇਹ ਜਿੱਤਣ ਵਾਸਤੇ ਇਹ ਕਰ ਰਹੇ ਆ, ਔਰ ਇਹ ਹੁਣ ਇਹਨਾਂ ਦੇ ਹੱਥ ਆ ਜਾਊਗਾ। ਇਹ ਨਹੀਂ, ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਇਹ ਬਹੁਤ ਵੱਡਾ ਹੋ ਜਾਵੇ। ਹਾਂ, ਇਹ ਗੱਲ ਜ਼ਰੂਰ ਹੈ, ਇੰਡੀਆ ਅਲਾਈਅੰਸ ਜਿਹੜਾ ਬਣਿਆ ਹੈ, ਪਹਿਲੀ ਵਾਰੀ ਜਿਹੜੀ ਇੰਡੀਅਨ ਪਾਰਲੀਮੈਂਟਰੀ ਹਿਸਟਰੀ ਦੇ ਵਿੱਚ ਕਿਸੇ ਰੂਲਿੰਗ ਪਾਰਟੀ ਦੇ ਅਗੇਂਸਟ ਇਲੈਕਸ਼ਨ ਤੋਂ ਪਹਿਲਾਂ ਕੋਈ ਇਸ ਕਿਸਮ ਦਾ ਅਲਾਈਅੰਸ ਨਹੀਂ ਬਣਿਆ। ਅਸੀਂ 77 ਦੇਖਿਆ, ਉਹ ਬਾਅਦ ਚ ਆਇਆ ਸੀਗਾ, 89 ਦੇਖਿਆ, 91 ਦੇਖਿਆ, ਫਿਰ 2004 ਤੋਂ ਬਾਅਦ ਆਣ ਕੇ 98 ਤੋਂ ਬਾਅਦ 99 ਤੋਂ ਬਾਅਦ NDA ਬਣ ਗਿਆ ਸੀ, 2004 ਦੇ ਵਿੱਚ UPA ਬਣ ਗਿਆ ਸੀਗਾ। ਤੋ ਇਸ ਕਰਕੇ ਇਹ ਜਿਹੜਾ ਘੇਰਾ ਹੈ, ਮੈਨੂੰ ਲੱਗਦਾ ਹੈ ਕਿ ਇਹ ਰੂਲਿੰਗ ਪਾਰਟੀ ਜਿਹੜੀ ਹੋਣ ਵਾਲੀ ਹੈ, ਤਾਕਤ ਜਦੋਂ ਇਹੋ ਜਿਹੇ ਲੋਕਾਂ ਕੋਲ ਆ ਜਾਂਦੀ ਆ, ਉਹਨਾਂ ਕੋਲ ਤਾਕਤ ਛਡਾਉਣੀ ਬਹੁਤ ਔਖੀ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੇ ਇੰਸਟੀਟਿਊਸ਼ਨਲ ਸਿਸਟਮ ਸਟਰਕਚਰ ਪਹਿਲਾਂ ਹੀ ਡਿਮੋਲਿਸ਼ ਕਰ ਦਿੱਤਾ ਹੁੰਦਾ, ਔਰ ਉਹਨਾਂ ਨੂੰ ਡਰ ਲੱਗਦਾ ਵਾ ਕਿ ਇਹ ਜਿਹੜਾ ਕਿਤੇ ਤੁਸੀਂ ਤਾਕਤ ਤੋਂ ਬਾਹਰ ਹੋ ਗਏ ਤੇ ਉਹਦਾ ਲੰਮਾ ਸਰਵਾਈਵ ਨਹੀਂ ਕਰ ਸਕਦੇ। ਮੈਨੂੰ ਪਤਾ ਨਹੀਂ ਕਿਉਂ ਲੱਗਦਾ, ਕਿਉਂਕਿ ਕਿਸਾਨ ਜਿਹੜਾ ਹੈਗਾ ਵਾ, ਪਿੱਛੇ ਜਿਹੇ ਸਟੱਡੀ ਵੀ ਹੋਈ ਸਟੇਟ ਆਫ ਨੇਸ਼ਨ ਸਰਵੇ ਦੇ ਵਿੱਚ, 2/3 ਕਿਸਾਨ ਜਿਹੜੇ ਸੀ, ਜਿੰਨੀਆਂ 18 ਸਟੇਟਸ ਹੈਗੀਆਂ ਆਪਣੀਆਂ ਕਿਸਾਨੀ ਦੀਆਂ, ਉਹ ਇਹਨਾਂ ਦੇ ਅਗੇਂਸਟ ਸੀਗੇ, ਬਹੁਤ ਜ਼ਿਆਦਾ ਅਗੇਂਸਟ ਸੀ। ਥੋੜੇ ਮਹੀਨੇ ਪਹਿਲਾਂ ਦੀ ਗੱਲ ਵਾ, ਉਹ ਅਜੇ ਵੀ ਅਗੇਂਸਟ ਆ ਉਹਨਾਂ ਦੇ ਨਾਲ। ਕਿਸਾਨੀ ਜਿਹੜੀ ਹੈਗੀ ਆ, ਇਹ ਤੁਸੀਂ ਆ ਦੇਖੋ ਕਿ ਹੋਰ ਇਸ਼ੂ ਜਿਹੜੇ ਹੈਗੇ ਆ, ਇਹ ਘਿਰੇ ਜਾ ਰਹੇ ਆ, ਔਰ ਇੰਡੀਆ ਦੇ ਆਉਣ ਦੇ ਨਾਲ ਬਹੁਤ ਕਲੀਅਰ ਹੈਗਾ ਕਿ ਕੁਆਇਟ ਪੋਸੀਬਲ ਕਿ ਜਿਹੜੀ ਇਹ ਤਾਕਤ ਹੈਗੀ ਆ, ਜਾਂ ਜਿਹੜੀ ਇਸ ਵੇਲੇ ਜੋ ਰੂਲਿੰਗ ਪਾਰਟੀ ਹੈਗੀ, ਉਹਦੇ ਲਈ ਬਹੁਤ ਵੱਡਾ ਚੈਲੰਜ ਆ। ਪੱਕੇ ਤੌਰ ਤੇ ਰਾਜਨੀਤੀ ਚ ਕੁਝ ਕਿਹਾ ਨਹੀਂ ਜਾ ਸਕਦਾ ਵੀ ਕੀ ਹੋ ਜਾਣਾ, ਪਰ ਮੈਨੂੰ ਲੱਗਦਾ ਕਿ ਕੋਈ ਆਸ, ਮੈਨੂੰ ਘੱਟੋ ਘੱਟ ਇੱਕ ਆਸ ਦੀ ਕਿਰਨ ਦਿਖਾਈ ਦਿੰਦੀ ਆ ਕਿ ਸਾਨੂੰ ਇਹ ਜਿਸ ਨਿਜ਼ਾਮ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉਹਦੇ ਵਿੱਚੋਂ ਕੋਈ ਨਾ ਕੋਈ ਰਿਲੀਫ ਜਿਹੜੀ ਆ 2024 ਤੋਂ ਬਾਅਦ ਮਿਲੂਗੀ, ਇਨ ਸਪਾਈਟ ਆਫ ਦਾ ਫੈਕਟ ਜੋ ਮਰਜ਼ੀ ਕਰ ਲੈਣ। ਸਿੱਖਾਂ ਨੂੰ ਆਮ ਤੌਰ ਤੇ ਗੁੱਡ ਫੇਸ ਰੱਖਦੇ, ਉਹਨਾਂ ਨੂੰ ਪਤਾ ਹੈ ਕਿ ਇਹ ਲਾਸਟ ਜਿਹੜਾ ਕਿਲਾ ਹੈਗਾ ਵਾ, ਦੂਸਰੀ ਵੱਡੀ ਕਮਿਊਨਿਟੀ ਨੂੰ ਤਾਂ ਉਹਨਾਂ ਨੇ ਬਹੁਤ ਥੱਲੇ ਲਾਤਾ। ਕੱਲ ਤੁਸੀਂ ਦੇਖਿਆ ਹੋਣਾ ਕਿ ਬਦੂੜੀ ਸਾਹਿਬ ਨੇ ਜੋ ਸ਼ਬਦ ਦਾਨਿਸ਼ ਅਲੀ ਸਾਹਿਬ ਵਾਸਤੇ ਯੂਜ਼ ਕੀਤੇ ਆ, ਮੇਰੇ ਖਿਆਲ ਇਹ ਤੋਂ ਵੱਧ ਜਿਹੜਾ ਹੈਗਾ ਸੀ ਇਹ ਕਿਸੇ ਚੀਜ਼ ਨੂੰ ਥੱਲੜੇ ਲੈਵਲ ਤੱਕ ਜਾਣ ਦਾ, ਜਾਂ ਆਪਣੇ ਜਿਹੜੇ ਇਹਨਾਂ ਦੇ ਭਗਤ ਹੈਗੇ ਉਹਨਾਂ ਨੂੰ ਖੁਸ਼ ਕਰਨ ਦਾ ਹੋਰ ਕੋਈ ਵਧੀਆ ਤਰੀਕਾ ਨਹੀਂ ਸੀ ਹੈਗਾ। ਇਹਨਾਂ ਨਾਲ ਪੰਗਾ ਨਹੀਂ ਲੈਂਦੇ, क्योंकि इन्होंने पता हैगा। मैं तो मलिक साहब ने मिलिया एक बारी, वो कहते ने हमने बता दिया है कि जब ये 300 थे ना तो तब भी इनको कोई झुका नहीं सका था, अब इनसे थोड़ा सा आप ऐसे मत कीजिए। तो इसलिए ये तरीके हैगे आ, ये तुसीं होर ही नरेटिव पैदा कर दो। तुसीं जो चीज़ नहीं हैगी, एग्जिस्ट नहीं करती, उत्थे भी लोग क्यों नहीं कह सकते भी वो लोग पेड क्यों नहीं हैगे। जे इत्थे पोलिटिकल पार्टियां खड़ियां करके पेड वो कैंडिडेट खड़े किए जा सकते हैं, तो तुसीं उत्थों पेड लोग क्यों नहीं खरीद सकते। चाहे सर ने जिहदा रेफरेंस किया उहदे बारे भी क्वेश्चन मार्क हो सकता, होरनां बारे भी हो सकता भी क्यों नहीं एक्सट्राडिशन उन्हां दी तुसीं एक्सट्राडाइट कर रहे हो उन्हां नूं। सो मेरा ख्याल है कि ये शायद इन्हां दा इस किस्म के काम होर करनगे, पर मैनूं नहीं लगता भी इहदे नाल इन्हां नूं बहुत वड्डा पोलिटिकल जिहड़ा हैगा फायदा आउण वाले समय दे विच मिलूगा। शुक्रिया जी, बहुत बहुत मेहरबानी। थैंक यू जी। थैंक यू।